गुड मॉर्निंग। पंजाब स्टेट टैक्नीकल एजुकेशन एंड इंडस्ट्रीयल ट्रेनिंग पंजाब ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ ਦੇ ਅਸੀਂ ਇਸ ਟੌਪਿਕ ਦੇ ਵਿੱਚ ਸਾਈਕੋਮੈਟ੍ਰਿਕ ਪ੍ਰੋਸੈਸ ਦੇ ਰਿਗਾਰਡਿੰਗ ਗੱਲ ਕਰਾਂਗੇ। ਐਕਚੁਅਲ ਦੇ ਵਿੱਚ ਜੇ ਅਸੀਂ ਦੇਖੀਏ ਸਾਡੇ ਇੰਡੀਆ ਦੇ ਵਿੱਚ ਜੋ ਵੈਦਰ ਹੈ ਉਹ ਅਲੱਗ-ਅਲੱਗ ਜਗ੍ਹਾ ਦੇ ਉੱਪਰ ਜੋ ਹੈ ਅਲੱਗ-ਅਲੱਗ ਕਿਸਮ ਦਾ ਸਾਡਾ ਜਿਹੜਾ ਹੈਗਾ ਉਹ ਵੈਦਰ ਪਾਇਆ ਜਾਂਦਾ ਹੈ। ਤਾਂ ਉਹਦੇ ਵਿੱਚ ਸਾਨੂੰ ਅਲੱਗ-ਅਲੱਗ ਤਰ੍ਹਾਂ ਦੇ ਜੋ 에ਅਰ ਕੰਡੀਸ਼ਨਿੰਗ ਪ੍ਰੋਸੈਸਸ ਦੀ ਜ਼ਰੂਰਤ ਪੈਂਦੀ ਹੈ, ਕਿਉਂਕਿ ਸਾਡੇ ਸਾਰੇ ਇੰਡੀਆ ਦੇ ਵਿੱਚ ਜੋ ਵੈਦਰ ਆ ਉਹ ਇੱਕੋ ਜਿਹਾ ਨਹੀਂ ਹੈਗਾ। ਤਾਂ ਉਹਦੀ ਪ੍ਰੋਪਰ ਪ੍ਰੋਸੈਸਿੰਗ ਵਾਸਤੇ ਸਾਨੂੰ ਜੋ ਸਾਈਕੋਮੈਟ੍ਰਿਕ ਪ੍ਰੋਸੈਸ ਹੈ ਉਹਦੇ ਬਾਰੇ ਪ੍ਰੋਪਰ ਨੌਲੇਜ ਹੋਣੀ ਬਹੁਤ ਜ਼ਰੂਰੀ ਆ। ਤਾਂ ਇਸ ਕਰਕੇ ਅਸੀਂ ਇਹਦੇ 'ਚ ਜੋ ਅੱਜ ਦਾ ਸਾਡਾ ਟੌਪਿਕ ਹੈ ਇਹਦੇ ਵਿੱਚ ਅਸੀਂ ਸਾਈਕੋਮੈਟ੍ਰਿਕ ਪ੍ਰੋਸੈਸ ਦੇ ਰਿਗਾਰਡਿੰਗ ਜੋ ਹੈ ਗੱਲ ਕਰਾਂਗੇ। ਇਸ ਲੈਕਚਰ ਨੂੰ ਅਟੈਂਡ ਕਰਨ ਤੋਂ ਬਾਅਦ ਤੁਸੀਂ ਇਹ ਜਾਣ ਸਕੋਗੇ ਕਿ HVAC ਕੀ ਹੁੰਦਾ ਹੈ ਔਰ ਜੋ ਸਾਡੇ ਪ੍ਰੋਸੈਸਸ ਹੈ ਉਹਨਾਂ ਦੀ ਜੋ ਆਇਡੈਂਟੀਫਿਕੇਸ਼ਨਸ ਹੈ ਸਾਰੀ ਉਹ ਅਸੀਂ ਇੱਕ ਸਾਈਕੋਮੈਟ੍ਰਿਕ ਚਾਰਟ ਦੀ ਹੈਲਪ ਨਾਲ ਕਰਦੇ ਹਾਂ। ਤਾਂ ਤੁਸੀਂ ਇੱਕ ਸਾਈਕੋਮੈਟ੍ਰਿਕ ਚਾਰਟ ਦੇ ਜੋ ਡਿਫਰੈਂਟ ਪਾਰਟਸ ਹੈ ਉਹਦੇ ਬਾਰੇ ਜਾਣ ਸਕਦੇ ਹੋ। ਕਿਸੇ ਵੀ ਮੋਇਸਚਰ ਏਅਰ ਦੀਆਂ ਪ੍ਰੋਪਰਟੀਜ਼ ਹੈ ਜੋ ਉਹ ਤੁਸੀਂ ਜਾਣ ਸਕਦੇ ਹੋ ਕਿ ਜਿਸ ਹਵਾ ਦੇ ਵਿੱਚ ਤੁਸੀਂ ਬੈਠੇ ਹੋ ਉਸ ਹਵਾ ਦੇ ਵਿੱਚ ਕਿਹੜੇ-ਕਿਹੜੇ ਗੁਣ ਹੈਗੇ ਆ, ਉਹ ਸਾਈਕੋਮੈਟ੍ਰਿਕ ਚਾਰਟ ਦੀ ਹੈਲਪ ਦੇ ਨਾਲ ਆਪਾਂ ਉਹ ਗੁਣਾਂ ਨੂੰ ਜਾਣ ਸਕਾਂਗੇ। ਤੇ ਉਸ ਚਾਰਟ ਦੇ ਨਾਲ ਅਸੀਂ ਜੋ ਸਾਡੇ ਪ੍ਰੋਸੈਸ ਹੈਗੇ ਆ ਉਹਨਾਂ ਨੂੰ ਅਸੀਂ ਐਨਾਲਿਸਿਸ ਕਰ ਸਕਦੇ ਹੈਗੇ। ਤੇ ਐਟ ਲਾਸਟ ਸਾਈਕੋਮੈਟ੍ਰਿਕ ਜੋ ਪ੍ਰੋਸੈਸਸ ਹੈ ਉਹਨਾਂ ਦੀ ਵਰਤੋਂ ਕਿਸ ਤਰ੍ਹਾਂ ਹੁੰਦੀ ਹੈ, ਕਿਹੜੇ ਪ੍ਰੋਸੈਸ ਦੇ ਵਿੱਚ ਕਿਸ ਤਰ੍ਹਾਂ ਦੀ ਤਬਦੀਲੀ ਜੋ ਹੈ ਪਾਈ ਜਾਂਦੀ ਹੈ, ਉਹਦੇ ਰਿਗਾਰਡਿੰਗ ਅਸੀਂ ਇਹਦੇ ਵਿੱਚ ਗੱਲ ਕਰਾਂਗੇ। ਸਭ ਤੋਂ ਪਹਿਲਾਂ ਜੇ ਅਸੀਂ ਗੱਲ ਕਰੀਏ ਕਿ ਰਿਕੁਆਇਰਮੈਂਟ ਕੀ ਹੈ ਸਾਡੇ ਕੋਲ, ਰਿਕੁਆਇਰਮੈਂਟ ਆਫ ਕੰਡੀਸ਼ਨਡ ਸਪੇਸ ਦੀ ਸਾਨੂੰ ਜ਼ਰੂਰਤ ਕਿਉਂ ਹੈ। ਕੰਡੀਸ਼ਨਡ ਸਪੇਸ ਦਾ ਭਾਵ ਉਸ ਜਗ੍ਹਾ ਤੋਂ ਹੈ ਜਿਹੜੇ ਜਗ੍ਹਾ ਦੀ ਜੋ ਸਾਡੀ ਹੀਟ ਹੈ, ਜੋ ਹਵਾ ਦੀਆਂ ਕੰਡੀਸ਼ਨਸ ਨੇ ਉਹਨਾਂ ਨੂੰ ਅਸੀਂ ਕੰਟਰੋਲ ਕਰਨਾ ਹੈ। ਸਭ ਤੋਂ ਇਹਦੇ ਵਿੱਚ ਜੋ ਪਹਿਲਾ ਪੁਆਇੰਟ ਹੈ ਉਹ ਸਾਡਾ ਹੈ ਕੰਫਰਟ ਆਫ ਆਕੂਪੈਂਟਸ। ਅਸੀਂ ਸੁਣਦੇ ਹਾਂ ਕਿ ਜੋ ਅਸੀਂ 에ਅਰ ਕੰਡੀਸ਼ਨਿੰਗ ਦੀ ਵਰਤੋਂ ਕਰਦੇ ਹਾਂ ਉਹ ਅਸੀਂ ਪਰਸਨ ਦੇ ਕੰਫਰਟਸ ਵਾਸਤੇ ਯੂਜ਼ ਕਰਦੇ ਹਾਂ ਸੋ ਦੈਟ ਕਿ ਜੋ ਪਰਸਨ ਹੈ ਉਹ ਕੰਫਰਟੇਬਲ ਫੀਲ ਕਰ ਸਕਣ। ਤਾਂ ਇਸੇ ਤਰ੍ਹਾਂ ਸਿਮਿਲਰਲੀ ਅਲੱਗ-ਅਲੱਗ ਤਰ੍ਹਾਂ ਦੇ ਜੋ ਇੰਡਸਟਰੀਅਲ ਪ੍ਰੋਸੈਸਸ ਹੈ ਉਹਨਾਂ ਇੰਡਸਟਰੀਅਲ ਪ੍ਰੋਸੈਸਸ ਦੇ ਵਿੱਚ ਸਾਨੂੰ ਅਲੱਗ-ਅਲੱਗ ਤਰ੍ਹਾਂ ਦੇ ਜੋ 에ਅਰ ਕੰਡੀਸ਼ਨਿੰਗ ਪ੍ਰੋਸੈਸਸ ਦੀ ਜ਼ਰੂਰਤ ਪੈਂਦੀ ਹੈ। ਉਹ ਇੰਡਸਟਰੀ ਦੀ ਜ਼ਰੂਰਤ ਹੈ। ਉਹਦੇ ਨਾਲ ਜੋ ਸਾਡੇ ਇੰਡਸਟਰੀਅਲ ਪ੍ਰੋਸੈਸਸ ਦੇ ਨਾਲ ਜਦੋਂ ਅਸੀਂ ਇਹਨਾਂ ਨੂੰ ਯੂਜ਼ ਕਰਦੇ ਹਾਂ ਤਾਂ ਉਹਦੇ ਵਿੱਚ ਸਾਡੀ ਜੋ ਇੰਡਸਟਰੀ ਦੀ ਪ੍ਰੋਡਕਟੀਵਿਟੀ ਹੈ ਉਹਦੇ ਵਿੱਚ ਸਾਡਾ ਜੋ ਹੈ ਵਾਧਾ ਹੈ। हेलो हेलो Perché mi guardi così?
माइक चालू करो सर। सर मैं दोबारा ट्राई कर रहा जी, मेरा डिस्कनेक्ट हो गया सीगा, सॉरी। ਗੁਰਪ੍ਰੀਤ ਜੀ ਡਿਸਕਨੈਕਟ ਹੋ ਗਿਆ ਸੀ। ਹਾਂਜੀ ਹਾਂਜੀ ਸਰ, ਡਿਸਕਨੈਕਟ ਹੋ ਗਿਆ ਸੀਗਾ, ਮੈਂ ਦੁਬਾਰਾ ਸ਼ੁਰੂ ਕਰ ਰਿਹਾ ਜੀ। ਠੀਕ ਹੈ, ਓਕੇ ਜੀ। ਹਾਂਜੀ ਹਾਂਜੀ ਹਾਂਜੀ, ਆਪਾਂ ਗੱਲ ਕਰ ਰਹੇ ਸੀਗੇ ਕੰਫਰਟ ਏਸੀ ਦੀ ਰਿਕੁਆਇਰਮੈਂਟ ਜੋ ਹੈ ਕਿਉਂ ਹੈ। ਸਭ ਤੋਂ ਪਹਿਲਾਂ ਕੰਟਰੋਲ ਆਫ 에ਅਰ ਟੈਂਪਰੇਚਰ। ਜਿਵੇਂ ਕਿ ਅਸੀਂ ਸਾਰੇ ਸਾਨੂੰ ਪਤਾ ਹੈ ਕਿ ਜੋ ਹਵਾ ਦਾ ਤਾਪਮਾਨ ਹੈ ਉਹ ਸਾਡੇ ਟੈਂਪਰੇਚਰ ਨੂੰ ਜੋ ਹੈ ਜਿਹਦੇ ਵਿੱਚ ਸਾਡਾ ਕੰਟਰੋਲ ਆਫ 에ਅਰ ਟੈਂਪਰੇਚਰ ਆ ਗਿਆ। ਜਿਵੇਂ ਸਪੋਜ਼ ਕਰੋ ਅਸੀਂ ਉਹਦੇ ਵਿੱਚ ਜੋ ਸਾਡਾ ਟੈਂਪਰੇਚਰ ਹੈ ਅਸੀਂ ਉਹਨੂੰ ਘਟਾਉਣਾ ਹੈ ਜਾਂ ਸਾਡੇ ਟੈਂਪਰੇਚਰ ਨੂੰ ਵਧਾਉਣਾ ਹੈ। ਪਰ ਇਹਦੇ ਨਾਲ ਨਾਲ ਅਸੀਂ ਦੇਖੀਏ ਕਿ ਕੱਲਾ ਹਵਾ ਦਾ ਤਾਪਮਾਨ ਹੀ ਸਾਡੇ ਕੰਫਰਟ ਵਾਸਤੇ ਸਫੀਸ਼ੀਐਂਟ ਹੈ ਕਿ ਇੱਕ ਹਵਾ ਨੂੰ ਅਸੀਂ ਠੰਡਾ ਕਰ ਲਿਆ ਜਾਂ ਅਸੀਂ ਹਵਾ ਨੂੰ ਗਰਮ ਕਰ ਲਿਆ ਤੇ ਉਹ ਸਾਡੇ ਕੰਫਰਟ ਵਾਸਤੇ ਓਕੇ ਹੋ ਗਿਆ। ਬਟ ਇਹ ਚੀਜ਼ ਨਹੀਂ ਹੈ। ਜੋ ਤੁਹਾਡਾ ਕੰਫਰਟ ਹੈ ਉਹ ਕੱਲੇ ਟੈਂਪਰੇਚਰ ਦੇ ਉੱਪਰ ਨਿਰਭਰ ਨਹੀਂ ਕਰਦਾ। ਨੰਬਰ 2 ਤੇ ਜਿਹੜਾ ਫੈਕਟਰ ਸਾਡੇ ਕੰਫਰਟ ਨੂੰ ਅਫੈਕਟ ਕਰਦਾ ਹੈ ਦੈਟ ਇਜ਼ ਹਿਊਮਿਡਿਟੀ। ਜੋ ਹਿਊਮਿਡਿਟੀ ਦਾ ਲੈਵਲ ਹੈ ਉਹ ਵੀ ਸਾਡੇ ਜੋ ਕੰਫਰਟ ਨੂੰ ਪ੍ਰਭਾਵਿਤ ਕਰਦਾ ਹੈ। ਜੇ ਕਈ ਵਾਰੀ ਹਿਊਮਿਡਿਟੀ ਬਹੁਤ ਜ਼ਿਆਦਾ ਹੋਵੇ, ਜਿਵੇਂ ਅਸੀਂ ਕਹਿ ਦਿੰਦੇ ਹਾਂ ਵੀ ਹੁਮਸ ਬਹੁਤ ਜ਼ਿਆਦਾ ਹੈ, ਤਾਂ ਅਸੀਂ ਉਹਦੇ ਵਿੱਚ ਅਨਕੰਫਰਟ ਫੀਲ ਕਰਦੇ ਹੈਗੇ। ਤਾਂ ਇਸ ਕਰਕੇ ਟੈਂਪਰੇਚਰ ਦੇ ਨਾਲ ਨਾਲ ਜੋ ਹਿਊਮਿਡਿਟੀ ਦਾ ਕੰਟਰੋਲ ਹੈ ਉਹ ਵੀ ਹੋਣਾ ਬਹੁਤ ਜ਼ਰੂਰੀ ਹੈ। ਅਸੀਂ ਅੱਗੇ ਪ੍ਰੋਸੈਸਸ ਦੇ ਵਿੱਚ ਇਹੀ ਚੀਜ਼ਾਂ ਇਹਦੇ ਵਿੱਚ ਸਟੱਡੀ ਕਰਨੀ ਹੈ ਕਿ ਅਸੀਂ ਉਸ ਟੈਂਪਰੇਚਰ ਤੇ ਹਿਊਮਿਡਿਟੀ ਲੈਵਲ ਨੂੰ ਕਿਵੇਂ ਕੰਟਰੋਲ ਕਰਦੇ ਹਾਂ। ਔਰ ਥਰਡ ਵਨ ਜੋ ਕੰਫਰਟ ਨੂੰ ਸਾਡੇ ਪ੍ਰਭਾਵਿਤ ਕਰਦੀ ਹੈ ਦੈਟ ਇਜ਼ ਦਾ ਪਿਓਰਿਟੀ ਆਫ 에ਅਰ। ਜਿਵੇਂ 에ਅਰ ਦੇ ਵਿੱਚ ਪੋਲਿਊਸ਼ਨ ਹੁੰਦਾ ਸਾਡਾ, ਉਹਦੇ ਵਿੱਚ ਸਾਡੇ ਕੋਲ ਜੋ ਸਮੋਕ ਹੋ ਗਿਆ, ਇਹ ਚੀਜ਼ਾਂ ਹੈਗੀਆਂ ਨੇ, ਤਾਂ ਉਹ ਡਸਟ ਪਾਰਟੀਕਲਸ ਹੈ, ਉਹ ਡਸਟ ਪਾਰਟੀਕਲਸ ਨੂੰ ਵੀ ਹੈਵ ਟੂ ਰਿਮੂਵ। ਉਹਨਾਂ ਨੂੰ ਅਸੀਂ ਰਿਮੂਵ ਕਰਨਾ ਤਾਂ ਸਾਡੇ ਵਾਸਤੇ ਪਿਓਰਿਟੀ ਬਹੁਤ ਜ਼ਰੂਰੀ ਆ। ਨੰਬਰ 4 ਤੇ ਆ ਜਾਂਦਾ ਸਾਡਾ ਮੋਸ਼ਨ ਆਫ 에ਅਰ। ਜੇ ਸਾਡੇ ਕੋਲ ਟੈਂਪਰੇਚਰ ਕੰਟਰੋਲਡ ਕੰਡੀਸ਼ਨਸ ਦੇ ਵਿੱਚ ਹੈ, ਹਿਊਮਿਡਿਟੀ ਕੰਟਰੋਲਡ ਕੰਡੀਸ਼ਨਸ ਦੇ ਵਿੱਚ ਹੈ, ਬਟ ਹਵਾ ਦਾ ਮੋਸ਼ਨ ਬਹੁਤ ਤੇਜ਼ ਹੈ, ਹਵਾ ਬਹੁਤ ਸਪੀਡ ਨਾਲ ਚੱਲ ਰਹੀ ਹੈ ਜਾਂ ਹਵਾ ਬਹੁਤ ਸਲੋ ਚੱਲ ਰਹੀ ਹੈ, ਤਾਂ ਹਵਾ ਦੀ ਜਿਹੜੀ ਗਤੀ ਹੈ ਉਹ ਵੀ ਸਾਡੇ ਕੰਫਰਟ ਨੂੰ ਪ੍ਰਭਾਵਿਤ ਕਰਦੀ ਹੈ। ਤੁਸੀਂ ਇਹ ਚੀਜ਼ਾਂ ਆਮ ਤੌਰ ਤੇ ਤੁਸੀਂ ਕਿਤੇ ਕਿਸੇ ਕਾਰ ਦੇ ਵਿੱਚ ਸਫ਼ਰ ਕਰ ਰਹੇ ਹੋ, ਮੰਨ ਲਓ ਤੁਹਾਡਾ ਟੈਂਪਰੇਚਰ ਇੱਕ ਪਾਰਟੀਕੂਲਰ ਰੀਡਿੰਗ ਤੇ ਤੁਸੀਂ ਸੈੱਟ ਕੀਤਾ ਹੋਇਆ, ਬਲੋਅਰ ਦੀ ਸਪੀਡ ਜਿਹੜੀ ਹੈ ਜੇ ਉਹ ਘੱਟ ਵੱਧਦਾ ਤਾਂ ਉਹ ਵੀ ਸਾਨੂੰ ਅਨਕੰਫਰਟੇਬਲ ਜਿਹੜੀ ਹੈਗੀ ਆ ਉਹ ਫੀਲ ਕਰਵਾਉਂਦੀ ਆ। ਤਾਂ ਇਸ ਕਰਕੇ ਇੱਕ ਕੰਫਰਟ ਏਸੀ ਦੇ ਲਈ ਇਹਨਾਂ 4 ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਕੰਟਰੋਲ ਆਫ 에ਅਰ ਟੈਂਪਰੇਚਰ, ਹਿਊਮਿਡਿਟੀ ਆਫ 에ਅਰ, ਪਿਓਰਿਟੀ ਆਫ 에ਅਰ ਐਂਡ ਮੋਸ਼ਨ ਆਫ 에ਅਰ। ਉਸ ਤੋਂ ਬਾਅਦ ਇਹਦੇ ਵਿੱਚ ਜੇ ਸਾਡੇ ਕੋਲ ਇਹ ਚਾਰੇ ਚੀਜ਼ਾਂ ਪ੍ਰੋਡਿਊਸ ਹੋਣਗੀਆਂ ਤਾਂ ਇੱਕ ਜੋ ਹਿਊਮਨ ਬੀਇੰਗ ਹੈ, ਆਕੂਪੈਂਟਸ ਹੈ, ਉਹ ਕੰਫਰਟ ਜ਼ੋਨ ਦੇ ਵਿੱਚ ਹੋਏਗਾ। ਹੁਣ ਅੱਜ ਕੱਲ੍ਹ ਜੋ ਸਾਡੇ ਕੋਲੇ ਸਿਸਟਮ ਯੂਜ਼ ਹੁੰਦੇ ਆ ਉਹਨਾਂ ਨੂੰ ਅਸੀਂ ਕਹਿੰਦੇ ਆ HVAC। HVAC ਦਾ ਮਤਲਬ ਕੀ ਹੁੰਦਾ ਹੈ? HVAC means H for heating, V for ventilation and AC air conditioning। ਜਿਵੇਂ ਹੁਣ ਤੱਕ ਅਸੀਂ AC ਪੜ੍ਹਿਆ, AC mean 에ਅਰ ਕੰਡੀਸ਼ਨਿੰਗ। ਅਸੀਂ ਜਦੋਂ ਵੀ ਸਾਡਾ ਧਿਆਨ 에ਅਰ ਕੰਡੀਸ਼ਨਿੰਗ ਵੱਲ ਜਾਂਦਾ ਹੈ ਤਾਂ ਅਸੀਂ ਸਿਰਫ ਇਹ ਸੋਚਦੇ ਹਾਂ ਵੀ ਅਸੀਂ ਹਵਾ ਦੀ ਸਿਰਫ ਕੂਲਿੰਗ ਕਰ ਰਹੇ ਹਾਂ, ਵੀ ਅਸੀਂ ਹਵਾ ਨੂੰ ਸਿਰਫ ਠੰਡਾ ਕਰਨਾ ਹੈ ਤੇ ਉਸ ਨੂੰ ਠੰਡਾ ਕਰਕੇ ਅਸੀਂ ਆਪਣੇ ਕੰਫਰਟ ਵਾਸਤੇ ਜੋ ਹੈ ਉਹਨੂੰ ਯੂਜ਼ ਕਰਨਾ ਹੈ। ਬਟ ਰੀਅਲ ਦੇ ਵਿੱਚ ਜੋ HVAC ਸਿਸਟਮ ਹੈ ਉਹਦੇ ਵਿੱਚ ਹੁੰਦਾ ਕੀ ਹੈ ਕਿ ਸਾਡੀ ਰਿਕੁਆਇਰਮੈਂਟ ਦੇ ਅਕੋਰਡਿੰਗ ਕਿ ਸਾਨੂੰ ਹੀਟਿੰਗ ਚਾਹੀਦੀ ਆ ਔਰ ਆਈਦਰ ਵੀ ਰਿਕੁਆਇਰ ਕੂਲਿੰਗ। ਤਾਂ ਇਸੇ ਤਰ੍ਹਾਂ ਜੋ AC ਸਿਸਟਮ ਉਹਦੇ ਚ ਵੈਂਟੀਲੇਸ਼ਨ ਦਾ ਹੋਣਾ ਬਹੁਤ ਜ਼ਰੂਰੀ ਆ। ਨਹੀਂ ਤਾਂ ਕੀ ਹੋਏਗਾ ਜੇ ਅਸੀਂ ਉਹੀ 에ਅਰ ਵਾਰ-ਵਾਰ ਰੀਸਰਕੂਲੇਟ ਕਰਦੇ ਆ ਤਾਂ ਉਹਦੇ ਵਿੱਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਜਿਹੜੀ ਉਹ ਵੱਧ ਸਕਦੀ ਆ, ਤਾਂ ਉਹਦੇ ਨਾਲ ਸਾਡੀਆਂ ਜਿਹੜੀਆਂ ਹੈਲਥ ਪ੍ਰੋਬਲਮਸ ਕ੍ਰੀਏਟ ਹੋ ਸਕਦੀਆਂ। ਇਸ ਕਰਕੇ ਇੱਕ ਵਧੀਆ AC ਦੇ ਵਿੱਚ ਜੋ ਸਾਡਾ ਸਿਸਟਮ ਦੇ ਵਿੱਚ ਵੈਂਟੀਲੇਸ਼ਨ ਦਾ ਹੋਣਾ ਬਹੁਤ ਜ਼ਰੂਰੀ ਹੈ। ਤਾਂ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ ਵੀ ਇਹ ਕੁਐਸਚਨ ਹੈ ਵੀ HVAC ਕੀ ਚੀਜ਼ ਹੈ? ਦੈਟ ਇਜ਼ ਹੀਟਿੰਗ, ਵੈਂਟੀਲੇਸ਼ਨ ਐਂਡ 에ਅਰ ਕੰਡੀਸ਼ਨਿੰਗ। ਹੁਣ ਇਹ ਇੱਕ ਹੀਟਿੰਗ, ਵੈਂਟੀਲੇਸ਼ਨ ਐਂਡ 에ਅਰ ਕੰਡੀਸ਼ਨਿੰਗ ਇੱਕ ਇਹੋ ਜਿਹਾ ਪ੍ਰੋਸੈਸ ਹੈ ਜਿਹੜੀਆਂ ਅਸੀਂ ਕੰਫਰਟ ਦੀਆਂ ਜੋ ਚੀਜ਼ਾਂ ਪੜ੍ਹ ਕੇ ਆਏ ਆ ਪਿੱਛੇ 4, ਉਹਨਾਂ ਚਾਰੇ ਜੋ ਕੰਪੋਨੈਂਟਸ ਹੈ ਟੈਂਪਰੇਚਰ, ਹਿਊਮਿਡਿਟੀ, ਪਿਓਰਿਟੀ ਅਤੇ ਹਵਾ ਦੀ ਡਿਸਟ੍ਰੀਬਿਊਸ਼ਨ,
ਉਹਦੀਆਂ ਜਿਹੜੀ ਰਿਕੁਆਇਰਮੈਂਟਸ ਆ ਸਾਡੀਆਂ ਉਹਨੂੰ ਇਹ ਮੀਟ ਕਰਦਾ ਹੈ HVAC ਜੋ ਸਾਡਾ ਸਿਸਟਮ ਹੈ। ਪਿਛਲੇ ਲੈਕਚਰ ਦੇ ਵਿੱਚ ਰਾਜੇ ਆਪਾਂ ਸਾਈਕੋਮੈਟ੍ਰਿਕ ਪ੍ਰੋਪਰਟੀਜ਼ ਬਾਰੇ ਸਟੱਡੀ ਕੀਤਾ ਸੀ। ਜਿਵੇਂ ਤੁਸੀਂ ਤੁਹਾਡੀ ਸਕਰੀਨ ਦੇ ਉੱਪਰ ਜੋ ਇਮੇਜ ਦੇਖ ਪਾ ਰਹੇ ਹੋ ਉਹ ਸਾਈਕੋਮੈਟ੍ਰਿਕ ਚਾਰਟ ਹੈ। ਇੱਕ ਸਾਈਕੋਮੈਟ੍ਰਿਕ ਪ੍ਰੋਸੈਸ ਨੂੰ ਐਨਾਲਿਸਿਸ ਕਰਨ ਦੇ ਲਈ ਇਸ ਸਾਈਕੋਮੈਟ੍ਰਿਕ ਚਾਰਟ ਦੀ ਵਰਤੋਂ ਬਹੁਤ ਜ਼ਰੂਰੀ ਹੈ ਔਰ ਇਹਦੀ ਨੌਲੇਜ ਤੁਹਾਨੂੰ ਅੱਛੀ ਤਰ੍ਹਾਂ ਹੋਣੀ ਚਾਹੀਦੀ ਹੈ। ਇੱਕ ਵਾਰੀ ਮੈਂ ਇਹਦੀਆਂ ਸਾਰੀਆਂ ਜੋ ਪ੍ਰੋਪਰਟੀਜ਼ ਹੈ ਉਹਦੇ ਬਾਰੇ ਥੋੜਾ ਦੱਸ ਰਿਹਾ ਇੱਥੇ। ਜਿਵੇਂ ਤੁਸੀਂ ਇਹਦੇ ਐਕਸ ਐਕਸਿਸ ਤੇ ਦੇਖ ਰਹੇ ਹੋ ਜੋ ਡਿਊ ਪੁਆਇੰਟ ਟੈਂਪਰੇਚਰ ਹੈ, ਜੋ ਇਹਦੀਆਂ ਵਰਟੀਕਲਸ ਲਾਈਨਸ ਨੇ ਇਹ ਡਿਊ ਪੁਆਇੰਟ ਟੈਂਪਰੇਚਰ ਨੂੰ ਰਿਪਰੈਜ਼ੈਂਟ ਕਰਦੀਆਂ। ਸਿਮਿਲਰਲੀ ਜੋ ਵਾਈ ਐਕਸਿਸ ਹੈ, ਵਾਈ ਐਕਸਿਸ ਦੇ ਵਿੱਚ ਇਹਦੇ ਚ ਸਾਡੇ ਕੋਲੇ ਸਪੈਸੀਫਿਕ ਹਿਊਮਿਡਿਟੀ ਆ ਜਾਂਦੀ ਹੈ। ਜੋ ਸਾਡੀਆਂ ਇਨਕਲਾਈਨਡ ਲਾਈਨਸ ਨੇ ਇਹਦੇ ਚ ਤੁਸੀਂ ਦੇਖ ਪਾ ਰਹੇ ਹੋ ਇਨਕਲਾਈਨਡ ਲਾਈਨਸ ਦੋ ਤਰ੍ਹਾਂ ਦੀਆਂ, ਇੱਕ ਇਨਕਲਾਈਨਡ ਲਾਈਨਸ ਅਪਰੋਕਸੀਮੇਟ 30 ਡਿਗਰੀ ਐਂਗਲ ਤੇ ਹੈ, ਦੂਸਰੀਆਂ 60 ਡਿਗਰੀ ਤੇ ਹੈ। ਜੋ 30 ਡਿਗਰੀ ਦੀਆਂ ਲਾਈਨਸ ਨੇ ਉਹ ਸਾਡੀਆਂ ਵੈਟ ਬਲਬ ਟੈਂਪਰੇਚਰ ਲਾਈਨਸ ਹੈ ਔਰ ਜੋ 60 ਡਿਗਰੀ ਇਨਕਲਾਈਨਡ ਲਾਈਨਸ ਨੇ that are specific volume lines। ਤੇ ਜਿਹੜੀ ਵੈਟ ਬਲਬ ਟੈਂਪਰੇਚਰ ਦੀ ਰੀਡਿੰਗ ਹੈ ਉਹ ਸਾਡੀ ਜੋ ਸੈਚੂਰੇਸ਼ਨ ਕਰਵ ਤੁਸੀਂ ਦੇਖ ਪਾ ਰਹੇ ਹੋ ਉਹਦੇ ਉੱਪਰੋਂ ਇਹਦੀ ਸਾਡੀ ਰੀਡਿੰਗ ਇੱਥੋਂ ਲਈ ਜਾਂਦੀ ਹੈ ਵੈਟ ਬਲਬ ਟੈਂਪਰੇਚਰ ਦੀ। ਜੋ ਕਰਵਡ ਲਾਈਨਸ ਦੇਖ ਪਾ ਰਹੇ ਹੋ ਤੁਸੀਂ ਇਹ ਰਿਲੇਟਿਵ ਹਿਊਮਿਡਿਟੀ ਹੈ। ਇਹ ਚੀਜ਼ਾਂ ਅਸੀਂ ਪਿਛਲੇ ਲੈਕਚਰ ਚ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਤੇ ਇਹਨਾਂ ਬਾਰੇ ਜੋ ਹੈ ਪਤਾ ਹੋਣਾ ਬਹੁਤ ਜ਼ਰੂਰੀ ਹੈ। ਹੁਣ ਇੱਕ ਜੇ ਸਾਨੂੰ 에ਅਰ ਦੀਆਂ ਕੰਡੀਸ਼ਨਸ ਪਤਾ ਹੋਣਗੀਆਂ, ਬਾਹਰ ਦੇ ਹਾਲਾਤ ਸਾਨੂੰ ਪਤਾ ਹੋਣਗੇ ਕਿ ਹਵਾ ਦੀ ਕੰਡੀਸ਼ਨ ਕੀ ਹੈ ਤੇ ਸਾਨੂੰ ਕੰਫਰਟ ਵਾਸਤੇ ਕਿਹੜੀਆਂ ਕੰਡੀਸ਼ਨਸ ਚਾਹੀਦੀਆਂ ਨੇ, ਫੇਰ ਹੀ ਅਸੀਂ ਉਹਨੂੰ ਪ੍ਰੋਸੈਸ ਕਰ ਸਕਦੇ ਹਾਂ। ਜੇ ਸਾਨੂੰ ਇਹੀ ਨਹੀਂ ਪਤਾ ਕਿ ਜੋ ਸਾਡੀ ਹਵਾ ਬਾਹਰ ਦੀ ਕੰਡੀਸ਼ਨ ਕੀ ਹੈ ਤੇ ਅਸੀਂ ਉਹਨੂੰ ਪ੍ਰੋਸੈਸ ਕਿਸ ਤਰ੍ਹਾਂ ਕਰਾਂਗੇ, ਤਾਂ ਇਹਦੇ ਵਾਸਤੇ ਸਾਨੂੰ ਜੋ ਸਾਈਕੋਮੈਟ੍ਰਿਕ ਚਾਰਟ ਹੈ ਉਹਦੀ ਜੋ ਵਰਤੋਂ ਜ਼ਰੂਰ ਆਉਣੀ ਚਾਹੀਦੀ ਹੈ। ਹੁਣ ਜੋ ਤੁਸੀਂ ਇਹ ਇਕਵਿਪਮੈਂਟ ਦੇਖ ਪਾ ਰਹੇ ਹੋ that is sling psychometer। ਸਲਿੰਗ ਸਾਈਕੋਮੀਟਰ ਦੀ ਹੈਲਪ ਦੇ ਨਾਲ ਅਸੀਂ ਵੈਟ ਬਲਬ ਟੈਂਪਰੇਚਰ ਤੇ ਡਰਾਈ ਬਲਬ ਟੈਂਪਰੇਚਰ ਦੀ ਜੋ ਰੀਡਿੰਗ ਲੈਂਦੇ ਆ। ਸਪੋਜ਼ ਤੁਸੀਂ ਇਸ ਸਲਿੰਗ ਤੁਸੀਂ ਜਿੱਥੇ ਕਿਤੇ ਵੀ ਬੈਠੇ ਹੋ, ਜੇ ਤੁਹਾਡੇ ਕੋਲੇ ਇੱਕ ਸਾਈਕੋਮੈਟ੍ਰਿਕ ਚਾਰਟ ਹੈ ਔਰ ਜੇ ਤੁਹਾਡੇ ਕੋਲੇ ਇਹ ਸਲਿੰਗ ਸਾਈਕੋਮੈਟ੍ਰਿਕ ਮੌਜੂਦ ਹੈ ਤਾਂ ਤੁਸੀਂ ਉਸ 에ਅਰ ਦੀਆਂ ਸਾਰੀਆਂ ਪ੍ਰੋਪਰਟੀਜ਼ ਈਜ਼ੀਲੀ ਫਾਈਂਡ ਆਊਟ ਕਰ ਸਕਦੇ ਹੋ। You can easily find out all the properties if you have a psychometric chart and sling psychometer। ਇਸ sling psychometer ਦੀ ਹੈਲਪ ਦੇ ਨਾਲ ਅਸੀਂ ਦੋ ਰੀਡਿੰਗਸ ਸਪੋਜ਼ ਕਰੋ ਤੁਸੀਂ ਨੋਟ ਕੀਤੀਆਂ, one is dry bulb temperature and another is wet bulb temperature। ਸਪੋਜ਼ ਸਾਡੇ sling psychometer ਨੇ ਸਾਡੀ dry bulb temperature ਦੀ ਜੋ ਰੀਡਿੰਗ ਹੈ ਉਹ ਸਾਨੂੰ ਦਿੱਤੀ 25 ਡਿਗਰੀ ਸੈਲਸੀਅਸ ਤੇ ਜੋ wet bulb temperature ਦੀ ਰੀਡਿੰਗ ਹੈ ਉਹ ਸਾਡੀ ਹੈ 15 ਡਿਗਰੀ ਸੈਲਸੀਅਸ। ਹੁਣ ਜਿਹੜੀਆਂ ਹਵਾ ਦੀਆਂ ਬਾਕੀ ਪ੍ਰੋਪਰਟੀਜ਼ ਨੇ ਜਿਹਦੇ ਵਿੱਚ ਸਾਡੇ ਹਵਾ ਦੇ ਵਿੱਚ ਹਿਊਮਿਡਿਟੀ ਕਿੰਨੀ ਹੈ, ਸਪੈਸੀਫਿਕ ਹਿਊਮਿਡਿਟੀ, ਸਪੈਸੀਫਿਕ ਵੋਲਿਊਮ, ਰਿਲੇਟਿਵ ਹਿਊਮਿਡਿਟੀ, ਐਂਥੈਲਪੀ ਐਂਡ ਆਲ ਦੀ ਪ੍ਰੋਪਰਟੀਜ਼ ਜੋ ਹੈ ਉਹਨਾਂ ਨੂੰ ਅਸੀਂ ਇੱਕ ਸਾਈਕੋਮੈਟ੍ਰਿਕ ਚਾਰਟ ਦੀ ਹੈਲਪ ਦੇ ਨਾਲ ਪਹਿਲਾਂ ਦੇਖਾਂਗੇ ਕਿ ਕਿਸ ਤਰ੍ਹਾਂ ਅਸੀਂ ਉਹਨਾਂ ਨੂੰ ਫਾਈਂਡ ਆਊਟ ਕਰਦੇ ਹਾਂ। ਇਹਦੇ ਵਿੱਚ ਤੁਸੀਂ ਕੀ ਕਰਨਾ, ਦੇਖੋ ਸਾਈਕੋਮੈਟ੍ਰਿਕ ਚਾਰਟ ਤੁਹਾਡੇ ਕੋਲੇ ਅਵੇਲੇਬਲ ਹੋਏਗਾ। ਇਹਦੇ ਵਿੱਚ ਤੁਸੀਂ ਹੁਣ ਜਿਵੇਂ ਸਾਡੇ ਕੋਲੇ ਜਿਹੜੀ ਹੈ 25 ਡਿਗਰੀ ਡਰਾਈ ਬਲਬ ਟੈਂਪਰੇਚਰ ਦੀ ਰੀਡਿੰਗ ਸੀ ਤਾਂ ਹੌਰੀਜ਼ੌਂਟਲ ਵਾਲੀ ਸਾਈਡ ਤੇ ਤੁਸੀਂ 25 ਨੰਬਰ ਵਾਲੀ ਲਾਈਨਸ ਨੂੰ ਲੱਭਣਾ ਹੈਗਾ। ਉਹ 25 ਨੰਬਰ ਵਾਲੀ ਜਿਹੜੀ ਲਾਈਨ ਹੈ ਉਹ ਡਰਾਈ ਬਲਬ ਟੈਂਪਰੇਚਰ ਨੂੰ ਰਿਪਰੈਜ਼ੈਂਟ ਕਰੇਗੀ। ਜਿਵੇਂ ਇੱਥੇ ਮੈਂ ਇਹਨੂੰ ਮਾਰਕ ਕੀਤਾ ਹੋਇਆ 25 ਡਿਗਰੀ ਤੇ। ਇਸੇ ਤਰ੍ਹਾਂ ਵੈਟ ਬਲਬ ਦੀ ਜੋ ਰੀਡਿੰਗ ਹੈ ਅਸੀਂ ਉਹ ਸੈਚੂਰੇਸ਼ਨ ਕਰਵ ਵਾਲੀ ਸਾਈਡ ਤੋਂ ਲੈਂਦੇ ਆ। ਤਾਂ ਸਿਮਿਲਰਲੀ ਜਿਵੇਂ ਤੁਸੀਂ ਇੱਥੋਂ ਦੇਖ ਪਾ ਰਹੇ ਹੋ ਇੱਥੇ ਸਾਡੀ ਰੀਡਿੰਗ 10 ਹੈ ਜਿੱਥੇ ਮੇਰਾ ਐਰੋ ਹੈ। ਸਿਮਿਲਰਲੀ 20, 15 ਤਾਂ ਸਾਡੇ ਕੋਲੇ ਜੋ ਰੀਡਿੰਗ ਆਈ ਸੀ ਉਹ 15 ਆਈ ਸੀ ਤਾਂ ਅਸੀਂ ਇੱਥੇ 15 ਤੇ ਮਾਰਕ ਕਰ ਲਿਆ। ਸਭ ਤੋਂ ਪਹਿਲਾਂ ਡਰਾਈ ਬਲਬ ਟੈਂਪਰੇਚਰ ਦਾ ਜੋ 25 ਡਿਗਰੀ ਆ ਉਹਨੂੰ ਮਾਰਕ ਕਰ ਲਓ। ਵੈਟ ਬਲਬ ਟੈਂਪਰੇਚਰ ਦਾ ਜੋ ਸਾਡੇ ਕੋਲੇ 15 ਡਿਗਰੀ ਸੀ ਅਸੀਂ ਉਹਨੂੰ ਮਾਰਕ ਕੀਤਾ। ਮਾਰਕ ਕਰਨ ਤੋਂ ਬਾਅਦ ਅਸੀਂ 15 ਡਿਗਰੀ ਵੈਟ ਬਲਬ ਟੈਂਪਰੇਚਰ ਤੋਂ ਇੱਕ ਲਾਈਨ ਡਰਾ ਕੀਤੀ ਵਿਦ ਦੀ ਹੈਲਪ ਆਫ ਸਕੇਲ ਸੋ ਦੈਟ ਅਸੀਂ ਐਕੂਰੇਟ ਰੀਡਿੰਗਸ ਜਿਹੜੀਆਂ ਹੈਗੀਆਂ ਉਹ ਪ੍ਰੋਡਿਊਸ ਕਰ ਸਕੀਏ। ਸਿਮਿਲਰਲੀ 25 ਵਾਲੀ ਸਾਈਡ ਤੋਂ ਅਸੀਂ ਜਿਹੜੀ ਹੈ ਲਾਈਨ ਡਰਾ ਕੀਤੀ। ਉਹ ਲਾਈਨਸ ਸਾਡੀਆਂ ਜਿਹੜੇ ਪੁਆਇੰਟ ਦੇ ਉੱਪਰ ਜਾ ਕੇ ਇੰਟਰਸੈਕਟ ਕਰਦੀਆਂ ਨੇ, ਜਿੱਥੇ ਦੋਨੇ ਮਿਲ ਗਈਆਂ, ਜਿੱਥੇ ਤੁਸੀਂ ਪੁਆਇੰਟ ਦੇਖ ਪਾ ਰਹੇ ਹੋ that is the condition of the air। ਮਤਲਬ ਕਿ ਇਸ ਟਾਈਮ ਤੇ ਹਵਾ ਦੇ ਇਹ ਹਾਲਾਤ ਹੈ। ਜੇ ਤੁਸੀਂ ਸਾਈਕੋਮੈਟ੍ਰਿਕ ਚਾਰਟ ਦੇ ਵਿੱਚ ਤੁਹਾਡੇ ਕੋਲੇ ਕੋਈ ਵੀ ਦੋ ਪ੍ਰੋਪਰਟੀਜ਼ ਅਵੇਲੇਬਲ ਹੋਣ ਤਾਂ ਯੂ ਕੈਨ ਫਾਈਂਡ ਅਦਰ ਪ੍ਰੋਪਰਟੀਜ਼। ਤਾਂ ਜੇ ਤੁਹਾਡੇ ਕੋਲੇ ਦੋ ਕੋਈ ਵੀ ਪ੍ਰੋਪਰਟੀਜ਼ ਹੈਗੀਆਂ ਤਾਂ ਉਹਦੇ ਨਾਲ ਤੁਸੀਂ ਬਾਕੀ ਪ੍ਰੋਪਰਟੀਜ਼ ਜਿਹੜੀਆਂ ਫਾਈਂਡ ਆਊਟ
कर सकते हो। जिवें हुण असीं इत्थे 25 डिग्री ते मार्क करके ते पॉइंट असीं फाइंड आउट कीता सी। आफ्टर दैट तुसीं इत्थों हॉरिजॉन्टल लाइन जिहड़ी हैगी है वो ड्रा करो इस साइड ते। तां तुहानूं पता है जो साडी इधरली साइड है ਉਹ ਸਾਡਾ स्पैसिफिक ਹਿਊਮਿਡਿਟੀ ਨੂੰ रिप्रजेंट करदा हैगा। ਤਾਂ ਇੱਥੇ ਸਾਡੀ स्पैसिफिक ਹਿਊਮਿਡਿਟੀ ਦੀਆਂ ਵੈਲਿਊਜ਼ ਹੈ 0.006, ਉਸ ਤੋਂ ਬਾਅਦ 0.008। ਤਾਂ ਤੁਸੀਂ ਦੇਖ ਪਾ ਰਹੇ ਹੋ ਇਹਦੇ ਵਿੱਚ ਜੋ ਹੈ 5 ਦੀ ਡਿਵੀਜ਼ਨ ਹੈ, मतलब कि 5 ਲਾਈਨਾਂ ਇਹਦੇ ਵਿੱਚ ਹੋਰ ਫਰਦਰ। ਜੇ ਮੈਂ ਇਹਨੂੰ ਥੋੜਾ ਜਿਹਾ ਹੋਰ ਐਲੈਬੋਰੇਟ ਕਰਾਂ, ਸਪੋਜ਼ ਕਰੋ ਇਹ ਸਾਡਾ 0.0060 ਹੈ, मतलब कि 60 ਹੈ, ਇੱਥੇ 80 ਹੈ। ਇਹਦੀ ਰੀਡਿੰਗ ਲੈਣ ਦਾ ਤਰੀਕਾ ਦੱਸ ਰਿਹਾ ਮੈਂ ਤੁਹਾਨੂੰ। 60 ਤੇ 80 ਟੋਟਲ ਡਿਫਰੈਂਸ ਸਾਡੇ ਕੋਲ ਇੱਥੇ 20 ਦਾ। ਤਾਂ ਇਹਦੇ ਵਿੱਚ ਸਾਡੇ ਕੋਲ ਕਿੰਨੇ मतलब कि ਖਾਨੇ ਇੱਥੇ ਡਿਫਰੈਂਸ ਕਿੰਨਾ 5 ਦਾ। ਤਾਂ ਇਹਦਾ ਮਤਲਬ ਜੋ ਇੱਕ ਖਾਨਾ ਸਾਡਾ ਉਹ 4 ਦੀ ਰੀਡਿੰਗ ਨੂੰ ਸ਼ੋ ਕਰਦਾ ਹੈ। ਸਪੋਜ਼ ਕਰੋ ਇੱਥੇ ਸਾਡਾ 0.0080 ਹੈ, ਤਾਂ ਇਸ ਪੁਆਇੰਟ ਦੇ ਉੱਪਰ ਜਿੱਥੇ ਮੇਰਾ ਐਰੋ ਦੇਖ ਪਾ ਰਹੇ ਹੋ ਉਸ ਤੋਂ ਨੈਕਸਟ ਲਾਈਨ ਦੇ ਉੱਪਰ ਉਹ 0.0084 ਹੋਏਗਾ, 84 ਹੋ ਜਾਊਗਾ। ਉਸੇ ਤਰ੍ਹਾਂ ਹੁਣ ਜਿੱਥੇ ਸਾਡੀ ਰੀਡਿੰਗ ਆਈ ਹੈ ਇਹਦੇ ਵਿੱਚ ਜੇ ਅਸੀਂ ਉਹਨੂੰ ਨੋਟ ਕਰੀਏ ਤਾਂ ਉਹ ਸਾਡੇ ਕੋਲੇ 64 ਤੇ 68 ਵਾਲੀ ਲਾਈਨ ਦੇ ਸੈਂਟਰ 'ਚ ਹੈ। ਤਾਂ ਇਸ ਕਰਕੇ ਅਸੀਂ ਉਹਦੀ ਰੀਡਿੰਗ ਲੈ ਲਈ 0.0066। ਤਾਂ ਇਹ ਸਾਡੇ ਕੋਲੇ ਸਪੈਸੀਫਿਕ ਹਿਊਮਿਡਿਟੀ ਦੀ ਵੈਲਿਊ ਆ ਗਈ। ਸਿਮਿਲਰਲੀ ਹੁਣ ਤੁਸੀਂ ਜਿਹੜੀ ਦੂਸਰੀ ਸਾਈਡ ਤੇ ਲਾਈਨ ਦੇਖ ਪਾ ਰਹੇ ਹੋ ਸਾਡੇ, ਇੱਥੋਂ ਅਸੀਂ ਸਪੈਸੀਫਿਕ ਵੋਲਿਊਮ ਦੀ ਰੀਡਿੰਗ ਲਵਾਂਗੇ। ਜੋ ਸਾਡੀਆਂ ਇਹ 60 ਡਿਗਰੀ ਤੇ ਇਨਕਲਾਈਨਡ ਲਾਈਨਸ ਹੈ, ਇਹ ਸਾਡੀਆਂ ਸਪੈਸੀਫਿਕ ਵੋਲਿਊਮ ਨੂੰ ਰਿਪਰੈਜ਼ੈਂਟ ਕਰਦੀਆਂ। ਹੁਣ ਤੁਸੀਂ ਦੇਖ ਪਾ ਰਹੇ ਹੋ ਜਿੱਥੇ ਮੇਰਾ ਐਰੋ ਹੈ ਇੱਥੇ ਸਪੈਸੀਫਿਕ ਵੋਲਿਊਮ ਦੀ ਰੀਡਿੰਗ 0.84 ਹੈ ਤੇ ਇੱਥੇ ਮੇਰੀ ਰੀਡਿੰਗ 0.86 ਹੈ। ਜੇ ਮੈਂ ਇਹਦਾ ਸੈਂਟਰ ਲਵਾਂ ਇੱਕ ਵਾਰ, ਜਿਵੇਂ ਤੁਸੀਂ ਦੇਖ ਰਹੇ ਹੋ ਆਹ ਲਾਈਨ ਆਈ ਹੈ ਜਿਹੜੀ, ਇਹ ਸਪੋਜ਼ ਕਰੋ ਇਹਦਾ ਸੈਂਟਰ ਹੈ, ਤਾਂ ਅਪਰੋਕਸੀਮੇਟ ਇੱਥੇ ਜਿਹੜੀ ਵੈਲਿਊ ਹੋਏਗੀ ਉਹ ਸਾਡੀ 0.85 ਹੋਏਗੀ। ਤਾਂ ਹੁਣ 0.85 ਤੇ 0.86 ਦੇ ਸੈਂਟਰ ਦੇ ਵਿੱਚ ਹੈ ਇਹ, ਤਾਂ ਮਤਲਬ ਕਿ 8.850 0.860। ਤਾਂ ਇੱਥੇ ਸਾਡੀ ਇਹ ਲਗਭਗ ਜਿਹੜੀ ਰੀਡਿੰਗ ਹੈ ਇਹਦੀ ਉਹ 0.855 ਜੋ ਸਾਡੀ ਇੱਥੇ ਸਪੈਸੀਫਿਕ ਵੋਲਿਊਮ ਦੀ ਰੀਡਿੰਗ ਆਈ ਹੈ। ਸਿਮਿਲਰਲੀ ਇਸੇ ਪੁਆਇੰਟ ਦੇ ਉੱਪਰੋਂ ਅਸੀਂ ਜਿਹੜੀ ਹੈ ਰਿਲੇਟਿਵ ਹਿਊਮਿਡਿਟੀ ਦੀ ਲਾਈਨ ਡਰਾ ਕਰਕੇ ਉਹਦੀ ਵੈਲਿਊ ਫਾਈਂਡ ਆਊਟ ਕਰ ਸਕਦੇ ਹਾਂ, ਜੋ ਸਾਡੀ 30 ਤੇ 35% ਦੇ ਵਿੱਚ ਹੈ। ਤਾਂ ਅਪਰੋਕਸੀਮੇਟ ਅਸੀਂ ਕਹਿ ਸਕਦੇ ਹਾਂ ਕਿ ਉਹ 32.5% ਹੈ। ਜੋ ਰਿਲੇਟਿਵ ਹਿਊਮਿਡਿਟੀ ਹੈ ਉਹ ਸਾਡੀ ਪਰਸੈਂਟੇਜ ਦੇ ਵਿੱਚ ਹੁੰਦੀ ਹੈ। ਇਸੇ ਤਰ੍ਹਾਂ ਉਸੇ ਪੁਆਇੰਟ ਤੋਂ ਅਸੀਂ ਵੈਟ ਵੱਲਵ ਟੈਂਪਰੇਚਰ ਵਾਲੀ ਸਾਈਡ ਤੇ ਲਾਈਨ ਡਰਾ ਕੀਤੀ ਸੀ। ਉਸੇ ਲਾਈਨ ਨੂੰ ਜੇ ਫਰਦਰ ਅਸੀਂ ਅੱਗੇ ਐਕਸਟੈਂਡ ਕਰਦੇ ਹਾਂ ਤਾਂ ਸਾਨੂੰ ਉਹ ਹਵਾ ਦੀ ਟੋਟਲ ਹੀਟ ਜੋ ਉਸ ਹਵਾ ਦੇ ਵਿੱਚ ਮੌਜੂਦ ਹੈ, ਜਿਹਨੂੰ ਅਸੀਂ ਐਂਥੈਲਪੀ ਕਹਿੰਦੇ ਆ, ਤਾਂ ਉਹ ਐਂਥੈਲਪੀ ਬਾਰੇ ਸਾਨੂੰ ਪਤਾ ਲੱਗ ਸਕਦਾ ਹੈ। ਜਿਵੇਂ ਹੁਣ ਤੁਸੀਂ ਇੱਥੇ ਦੇਖ ਪਾ ਰਹੇ ਹੋ ਇੱਥੇ ਸਾਡੀ ਰੀਡਿੰਗ 40 ਹੈ, ਤਾਂ ਇਸ ਤੋਂ ਬਾਅਦ ਇੱਥੇ 45 ਹੈ। ਇੱਕ ਦਾ ਜੋ ਸਾਡਾ ਹੈ 1 ਦਾ ਇਹਦੇ ਵਿੱਚ ਗੈਪ ਹੈ। ਤਾਂ ਜਿਹੜੇ ਪੁਆਇੰਟ ਤੇ ਸਾਡਾ ਪੁਆਇੰਟ ਮਿਲ ਰਿਹਾ ਇੱਥੇ ਜੋ ਸਾਡੀ ਰੀਡਿੰਗ ਹੈ ਉਹ ਸਾਡੀ ਆਏਗੀ 42। ਤਾਂ ਇਸੇ ਤਰ੍ਹਾਂ ਇੱਥੋਂ ਸਾਡਾ ਹੈਗਾ ਜਿਹੜਾ ਡਿਊ ਪੁਆਇੰਟ ਟੈਂਪਰੇਚਰ, ਜਿੱਥੋਂ ਸਾਡੀ ਕੰਡੈਂਸੇਸ਼ਨ ਸਟਾਰਟ ਹੁੰਦੀ ਹੈ ਹੌਰੀਜ਼ੌਂਟਲ ਲਾਈਨ ਡਰਾ ਕਰਕੇ, ਇੱਥੋਂ ਅਸੀਂ ਜਿਹੜੇ ਪੁਆਇੰਟ ਤੇ ਮੀਟ ਕਰੇਗਾ ਉੱਥੋਂ ਅਸੀਂ ਰੀਡਿੰਗ ਲੈ ਸਕਦੇ ਹਾਂ। ਜਿਵੇਂ ਤੁਸੀਂ ਇੱਥੋਂ ਦੇਖੋ ਇੱਥੇ 5 ਹੈ, ਨੈਕਸਟ ਲਾਈਨ ਤੇ 6 ਹੋਏਗੀ, ਤਾਂ ਇਸੇ ਕਰਕੇ ਸਾਡਾ ਪੁਆਇੰਟ ਲਗਭਗ ਇੱਥੇ ਮੀਟ ਕਰ ਰਿਹਾ ਹੈ। ਤਾਂ ਅਪਰੋਕਸੀਮੇਟ ਜਿਹੜੀ ਡਿਊ ਪੁਆਇੰਟ ਟੈਂਪਰੇਚਰ ਰੀਡਿੰਗ ਹੈ ਸਾਡੀ ਉਹ 8 ਡਿਗਰੀ ਸੈਲਸੀਅਸ ਇੱਥੇ ਆਈ ਹੈ। ਇਸ ਤਰ੍ਹਾਂ ਤੁਸੀਂ ਕਿਸੇ ਵੀ ਜੋ 에ਅਰ ਦੀਆਂ ਪ੍ਰੋਪਰਟੀਜ਼ ਹੈ, ਕੋਈ ਵੀ 2 ਪ੍ਰੋਪਰਟੀਜ਼ ਫਾਈਂਡ ਆਊਟ ਕਰਕੇ ਬਾਕੀ ਪ੍ਰੋਪਰਟੀਜ਼ ਨੂੰ ਤੁਸੀਂ ਈਜ਼ੀਲੀ ਫਾਈਂਡ ਆਊਟ ਕਰ ਸਕਦੇ ਹੋ। ਹੁਣ ਇਹਦੇ ਵਿੱਚ ਸਾਡੇ ਕੋਲੇ ਆ ਗਿਆ, ਅਸੀਂ ਅੱਗੇ ਗੱਲ ਕਰਾਂਗੇ ਸਾਈਕੋਮੈਟ੍ਰਿਕ ਪ੍ਰੋਸੈਸਸ ਦੀ। ਹੁਣ ਸਾਈਕੋਮੈਟ੍ਰਿਕ ਪ੍ਰੋਸੈਸ ਐਕਚੁਅਲ ਦੇ ਵਿੱਚ ਕੀ ਹੁੰਦਾ ਹੈ। ਹੁਣ ਜਿਵੇਂ ਅਸੀਂ ਪਿੱਛੇ ਜੋ ਹੈ ਤੁਹਾਡੀਆਂ 에ਅਰ ਦੀਆਂ ਕੰਡੀਸ਼ਨਸ ਦੀ ਗੱਲ ਕੀਤੀ, ਹੁਣ ਮੰਨ ਲਓ ਉਸ ਕੰਡੀਸ਼ਨਸ ਦੇ ਵਿੱਚ ਕੋਈ ਚੇਂਜ ਆਉਂਦਾ ਹੈ। ਜਿਵੇਂ ਹੁਣ ਮੰਨ ਲਓ ਅਸੀਂ ਗੱਲ ਕੀਤੀ ਵੀ ਸਾਡੇ ਕੋਲੇ ਡਰਾਈ ਵੱਲਵ ਟੈਂਪਰੇਚਰ ਜੋ ਹੈ ਉਹ 25 ਡਿਗਰੀ ਸੈਲਸੀਅਸ ਸੀ ਤੇ ਜੋ ਸਾਡਾ ਵੈਟ ਵੱਲਵ ਟੈਂਪਰੇਚਰ ਹੈ ਉਹ ਸਾਡਾ 15 ਡਿਗਰੀ ਸੀ। ਮੰਨ ਲਓ ਅਸੀਂ ਕੋਈ ਵੀ ਉਸ ਹਵਾ ਦੇ ਉੱਪਰ ਕੋਈ ਪ੍ਰੋਸੈਸ ਕਰਦੇ ਹਾਂ, ਕੋਈ ਪ੍ਰੋਸੈਸ ਦਾ ਮਤਲਬ ਕੀ ਆ, ਉਹ ਹਵਾ ਦੇ ਗੁਣਾਂ 'ਚ ਤਬਦੀਲੀ ਕਰਦੇ ਆ। ਮੰਨ ਲਓ ਉਸ ਹਵਾ ਨੂੰ ਅਸੀਂ ਠੰਡਾ ਕਰ ਦਿੰਦੇ ਆ ਤਾਂ 25 ਡਿਗਰੀ ਤੋਂ ਉਹਦਾ ਤਾਪਮਾਨ ਘਟ ਜਾਂਦਾ ਹੈ। ਤਾਂ ਜਿੰਨਾ ਉਹਦਾ ਤਾਪਮਾਨ ਰਿਡਿਊਸ ਹੋਇਆ, ਕਹਿਣ ਦਾ ਭਾਵ ਹੈ ਕਿ ਉਹਦੀਆਂ ਇਨੀਸ਼ੀਅਲ ਕੰਡੀਸ਼ਨਸ ਤੇ ਫਾਈਨਲ ਕੰਡੀਸ਼ਨਸ ਦੇ ਵਿੱਚ ਸਾਡੇ ਕੋਲੇ ਜਿਹੜਾ ਹੈ ਚੇਂਜ ਆ ਗਿਆ। ਤਾਂ ਜਦੋਂ ਵੀ ਕੋਈ ਉਹਦੇ ਵਿੱਚ ਚੇਂਜ ਆਉਂਦਾ ਹੈ ਤਾਂ ਉਸ ਨੂੰ ਅਸੀਂ ਕਹਿੰਦੇ ਆ ਪ੍ਰੋਸੈਸ, ਜਾਂ ਅਸੀਂ ਕਹਿ ਸਕਦੇ ਹਾਂ ਮੰਨ ਲਓ ਸਾਡੇ ਕੋਲੇ 2 ਫਲੂਇਡ ਹੈ, ਉਹਨਾਂ ਨੂੰ ਅਸੀਂ ਮਿਕਸ ਕਰ ਰਹੇ ਹਾਂ ਆਪਸ 'ਚ ਜਿਹੜੇ ਡਿਸਿਮਿਲਰ ਸਟੇਟਸ ਦੇ ਵਿੱਚ ਹੈ। ਜਿਵੇਂ 에ਅਰ ਕੰਡੀਸ਼ਨਿੰਗ ਦੇ ਵਿੱਚ ਸਾਡੇ ਕੋਲ ਕੀ ਹੁੰਦਾ ਕਿ ਇੱਕ ਹਵਾ ਜਿਹਨੂੰ ਅਸੀਂ ਪ੍ਰੋਸੈਸ ਕੀਤਾ ਵਾ, ਠੰਡੀ ਆ ਹਵਾ, ਇੱਕ ਬਾਹਰ ਦੀ ਹਵਾ, ਉਹਨਾਂ ਦੋਨੇ ਹਵਾ ਨੂੰ ਅਸੀਂ ਆਪਸ ਦੇ ਵਿੱਚ ਮਿਕਸ ਕਰਤਾ। ਤਾਂ ਮਿਕਸ ਕਰਨ ਤੋਂ ਬਾਅਦ ਉਹਨਾਂ ਦੀਆਂ ਜਿਹੜੀਆਂ ਕੰਡੀਸ਼ਨਸ ਨੇ ਉਹ ਚੇਂਜ ਹੋ ਜਾਣਗੀਆਂ। ਤਾਂ ਚੇਂਜ ਹੋ ਕੇ ਜਿਵੇਂ ਹੁਣ ਅਸੀਂ ਇਹਦੇ ਤੇ ਗ੍ਰਾਫ ਦੇ ਉੱਪਰ ਪੁਆਇੰਟ ਮਾਰਕ ਕੀਤਾ ਸੀਗਾ, ਤਾਂ ਜਦੋਂ ਉਹਦੀਆਂ ਕੰਡੀਸ਼ਨਸ ਚੇਂਜ ਹੋ ਗਈਆਂ ਤਾਂ ਜਿਹੜਾ ਇਹ ਪੁਆਇੰਟ ਹੈ ਦੈਟ ਵਿਲ ਮੂਵ ਅਰਾਊਂਡ ਦਾ ਗ੍ਰਾਫ, ਕਹਿਣ ਦਾ ਭਾਵ ਵੀ ਉਹ
उस पॉइंट तो मूव करके उसे ग्राफ के उपर किसी होर पॉइंट के उपर चलिया जाएगा। उन्होंने असी इस दे विच साइकोमैट्रिक प्रोसैस कहने हैं। जिवें हुण तुसीं ये नीचे जो डायग्राम दिख रही है तुहानूं उहदे विच देख पा रहे हो तुसीं, जो साडा 1 नंबर पॉइंट है, 1 नंबर पॉइंट के उपर साडा जो टैंपरेचर है 75 डिग्री, ये साडी इनिशियल कंडीशन सी। असीं उहदे च कोई तब्दीली कीती तां 2 नंबर ते जाके साडा उही तापमान 78.5 डिग्री फारनाइट हो गया। तां ये एक साइकोमैट्रिक प्रोसैस दी जो साडे कोले एग्जांपल है। हुण असीं वख-वख तरह के जो साइकोमैट्रिक प्रोसैसेस यूज होंदे आ उन्हां दे रिगार्डिंग गल करांगे। सब तो पहला तुसीं इत्थे देख सकदे हो कि किहड़े-किहड़े साइकोमैट्रिक प्रोसैस हो सकदे आ। सेंसीबल हीटिंग, सेंसीबल कूलिंग, ह्यूमिडिफिकेशन, डीह्यूमिडिफिकेशन, ते उस तो बाद इन्हां दा कंबीनेशन कि साडे कोल हीटिंग दे नाल ह्यूमिडिफिकेशन चाहीदी आ या कूलिंग दे नाल डीह्यूमिडिफिकेशन, सो ऑन। तां इन्हां प्रोसैसेस दे रिगार्डिंग असीं अगे समझण दा यतन करांगे। हुण सब तो पहला साडे कोले गल आउंदी है सेंसीबल हीटिंग दी। सेंसीबल हीटिंग की चीज़ है? पहला इहदे बारे इन्हां सारियां चीज़ां दे रिगार्डिंग तुहाडे जे असीं एग्जामिनेशन पॉइंट ऑफ व्यू तो देखिए तो यह टॉपिक बहुत इंपॉर्टेंट है। इहदे विचों बहुत सारे MCQ एग्जाम दे विच आउंदे आ। तो उहदे वास्ते तुहाडे साइकोमैट्रिक चार्ट दीयां जो लाइनस है तुहाडे माइंड दे विच होणीआं चाहीदियां, प्लस प्रोसैस तुहानूं पता होना चाहीदा है। तां किसी भी प्रोसैस दे विच किहड़े गुण दे विच की तब्दीली होई ਉਹ एग्जाम ਦੇ ਵਿੱਚ ਪੁੱਛਿਆ ਜਾ ਸਕਦਾ ਤੇ ਤੁਸੀਂ ਉਹਨੂੰ ਈਜ਼ੀਲੀ ਫਾਈਂਡ ਆਊਟ ਕਰ ਸਕਦੇ ਹੋ। ਤੁਹਾਨੂੰ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕ੍ਰੈਮਿੰਗ ਕਰਨ ਦੀ ਜਿਹੜੀ ਹੈ ਉਹ ਜ਼ਰੂਰਤ ਨਹੀਂ ਹੈ, ਰੱਟਾ ਲਗਾਉਣ ਦੀ ਜ਼ਰੂਰਤ ਨਹੀਂ ਹੈ। ਹੁਣ ਸੈਂਸੀਬਲ ਹੀਟਿੰਗ ਪ੍ਰੋਸੈਸ ਕੀ ਹੈ ਸਾਡਾ? ਸੈਂਸੀਬਲ ਹੀਟਿੰਗ ਪ੍ਰੋਸੈਸ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਕਿ ਜਿਹੜਾ ਇਹਦਾ ਟੈਂਪਰੇਚਰ ਹੈ ਉਹ ਵੱਧ ਰਿਹਾ ਹੈ। ਹੀਟਿੰਗ ਦਾ ਭਾਵ ਸਿੱਧਾ ਸਿੰਪਲ ਸਾਰਿਆਂ ਨੂੰ ਪਤਾ ਹੈ। ਹੀਟਿੰਗ ਦਾ ਮਤਲਬ ਕਿ ਤਾਪਮਾਨ ਨੂੰ ਵਧਾਉਣਾ ਤੇ ਕੂਲਿੰਗ ਦਾ ਮਤਲਬ ਤਾਪਮਾਨ ਘਟਾਉਣਾ। ਹੁਣ ਇੱਥੇ ਸ਼ਬਦ ਦੋ ਆਉਂਦੇ, ਇੱਕ ਹੁੰਦਾ ਸੈਂਸੀਬਲ ਤੇ ਇੱਕ ਹੁੰਦਾ ਲੇਟੈਂਟ ਹੀਟ। ਹੈ ਜਿਹੜੀ ਦੋ ਤਰ੍ਹਾਂ ਦੀ ਹੁੰਦੀ ਹੈ, ਸੈਂਸੀਬਲ ਹੀਟ ਐਂਡ ਲੇਟੈਂਟ ਹੀਟ। ਸੈਂਸੀਬਲ ਹੀਟ ਦੇ ਵਿੱਚ ਬੇਸਿਕਲੀ ਜੋ ਟੈਂਪਰੇਚਰ ਹੈ ਉਹਨੂੰ ਅਸੀਂ ਸੈਂਸ ਕਰਦੇ ਹਾਂ। ਟੈਂਪਰੇਚਰ ਦੇ ਵਿੱਚ ਤਬਦੀਲੀ ਹੁੰਦੀ ਹੈ, ਸਟੇਟ ਦੇ ਵਿੱਚ ਜੋ ਤਬਦੀਲੀ ਆ ਉਹ ਨਹੀਂ ਹੁੰਦੀ। ਜਿਹੜੀ ਲੇਟੈਂਟ ਹੀਟ ਹੁੰਦੀ ਹੈ ਉਹਦੇ ਵਿੱਚ ਟੈਂਪਰੇਚਰ 'ਚ ਅਸੀਂ ਕਹਿ ਸਕਦੇ ਹਾਂ ਤਬਦੀਲੀ ਨਹੀਂ ਹੁੰਦੀ, ਬਟ ਸਟੇਟ ਦੇ ਵਿੱਚ ਤਬਦੀਲੀ ਹੁੰਦੀ ਆ। ਉਹ ਅੱਗੇ ਜਾ ਕੇ ਆਪਾਂ ਡਿਸਕਸ ਕਰਾਂਗੇ। ਹੁਣ ਇਹਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ, ਜੇ ਅਸੀਂ ਇਧਰੋਂ y ਐਕਸਿਸ ਤੋਂ ਇਹਦੀ ਰੀਡਿੰਗ ਲੈਂਦੇ ਆ ਤਾਂ ਸਪੈਸੀਫਿਕ ਹਿਊਮਿਡਿਟੀ ਦੀ ਰੀਡਿੰਗ ਸਾਨੂੰ ਮਿਲਦੀ ਹੈ। ਹੁਣ ਤੁਸੀਂ ਦੇਖੋ ਵੀ 1 ਨੰਬਰ ਪੁਆਇੰਟ ਤੇ 2 ਨੰਬਰ ਪੁਆਇੰਟ ਦੋਨਾਂ ਦੀ ਜੋ ਸਪੈਸੀਫਿਕ ਹਿਊਮਿਡਿਟੀ ਹੈ ਉਹ ਸੇਮ ਹੈ। ਤੇ ਇਹਦਾ ਮਤਲਬ ਸੈਂਸੀਬਲ ਹੀਟਿੰਗ ਉਹ ਪ੍ਰੋਸੈਸ ਹੈ ਜਿਹਦੇ ਵਿੱਚ ਹਵਾ ਦਾ ਤਾਪਮਾਨ ਵਧਾਇਆ ਜਾਂਦਾ ਹੈ ਮੋਇਸਚਰ ਕੰਟੈਂਟ ਦੇ ਬਦਲੇ ਬਿਨਾ। ਮਤਲਬ ਕਿ ਮੋਇਸਚਰ ਉਹਦੇ ਚ ਹਿਊਮਿਡਿਟੀ ਉਹਦੇ ਚ ਓਨੀ ਹੀ ਰਹਿੰਦੀ ਹੈ ਤੇ ਪਰ ਉਹਦਾ ਅਸੀਂ ਤਾਪਮਾਨ ਦੇ ਵਿੱਚ ਤਬਦੀਲੀ ਜਿਹੜੀ ਹੈਗੀ ਆ ਉਹ ਕਰਦੇ ਆ। ਹੁਣ ਇਹਦੀ ਐਗਜ਼ਾਮਪਲ ਤੁਸੀਂ ਇਸ ਤਰ੍ਹਾਂ ਲੈ ਸਕਦੇ ਹੋ, ਜਿਵੇਂ ਸਪੋਜ਼ ਕਰੋ ਤੁਹਾਡੇ ਕੋਲੇ ਆਹ ਇੱਕ ਹੀਟਿੰਗ ਕੁਆਇਲ ਹੈ। ਉਸ ਹੀਟਿੰਗ ਕੁਆਇਲ ਦੇ ਵਿੱਚ ਜੋ ਹਵਾ ਹੈ ਉਹ 15 ਡਿਗਰੀ ਸੈਲਸੀਅਸ ਤੇ ਐਂਟਰ ਕਰ ਰਹੀ ਹੈ ਤੇ ਇਹ ਜਦੋਂ ਕੁਆਇਲ ਦੇ ਨਾਲ ਟੱਚ ਚ ਆ ਰਹੀ ਹੈ ਤਾਂ ਉਹੀ ਹਵਾ ਬਾਹਰ 25 ਡਿਗਰੀ ਸੈਲਸੀਅਸ ਤੇ ਗਰਮ ਹੋ ਕੇ ਬਾਹਰ ਆ ਰਹੀ ਹੈ। ਇਸੇ ਤਰ੍ਹਾਂ ਇਹਦਾ ਡਾਇਗਰਾਮ ਮੈਂ ਨੀਚੇ ਦਿਖਾਈ ਹੈ। ਜੋ ਟੈਂਪਰੇਚਰ ਐਂਟਰ ਕੀਤਾ ਉਹਨੂੰ ਅਸੀਂ 1 ਨੰਬਰ ਨਾਲ ਰਿਪਰੈਜ਼ੈਂਟ ਕੀਤਾ ਹੈ। ਜੋ ਹਵਾ ਕੁਆਇਲ ਦੇ ਵਿੱਚੋਂ ਬਾਹਰ ਆ ਰਹੀ ਹੈ ਉਹ ਸਾਡਾ ਟੈਂਪਰੇਚਰ ਪੁਆਇੰਟ ਨੰਬਰ 2 ਹੈ। ਤੇ ਕੁਆਇਲ ਨੂੰ ਹੀਟ ਕਰਨ ਵਾਸਤੇ ਅਸੀਂ ਅਲੱਗ-ਅਲੱਗ ਤਰ੍ਹਾਂ ਦੇ ਮੀਡੀਅਮ ਯੂਜ਼ ਕਰ ਸਕਦੇ ਹਾਂ। ਜਿਵੇਂ ਹੁਣ ਤੁਸੀਂ ਇੱਥੇ ਦੇਖ ਪਾ ਰਹੇ ਹੋ ਕਿ ਇਸ ਕੁਆਇਲ ਦੇ ਵਿੱਚ ਅਸੀਂ ਜਿਹੜਾ ਹੈ ਮੀਡੀਅਮ ਉਹ ਸਟੀਮ ਯੂਜ਼ ਕੀਤਾ ਹੈ। ਸਟੀਮ ਨੂੰ ਜਦੋਂ ਅਸੀਂ ਕੁਆਇਲ ਦੇ ਵਿੱਚ ਲੈ ਕੇ ਜਾਵਾਂਗੇ ਤਾਂ ਇਸ ਕੁਆਇਲ ਦਾ ਟੈਂਪਰੇਚਰ ਹੈ ਜਿਹੜਾ ਉਹ ਵੱਧ ਜਾਏਗਾ। ਤਾਂ ਇਸੇ ਚੀਜ਼ ਨੂੰ, ਇਸੇ ਹੀਟ ਸੈਂਸੀਬਲ ਹੀਟਿੰਗ ਨੂੰ ਜੇ ਤੁਸੀਂ ਸਾਈਕੋਮੈਟ੍ਰਿਕ ਚਾਰਟ ਦੇ ਉੱਪਰ ਦੇਖੋ, ਜਿਹੜੀ 1 ਕੰਡੀਸ਼ਨ ਹੈ ਨੰਬਰ 1 ਉਹ ਸਾਡੀ 15 ਡਿਗਰੀ ਨੂੰ ਰਿਪਰੈਜ਼ੈਂਟ ਕਰ ਰਹੀ ਹੈ। ਮਤਲਬ ਕਿ ਲੋ ਟੈਂਪਰੇਚਰ ਜਿਵੇਂ ਜਿਵੇਂ ਅਸੀਂ ਉਹਦੀ ਹੀਟਿੰਗ ਕੀਤੀ ਉਹ 2 ਨੰਬਰ ਪੁਆਇੰਟ ਤੇ ਪਹੁੰਚ ਗਿਆ। ਤਾਂ ਦੈਟ ਇਜ਼ ਆਊਟਰ ਕੰਡੀਸ਼ਨ, ਵੀ ਜਿਹੜੀ ਕੁਆਇਲ ਦੇ ਵਿੱਚੋਂ ਬਾਹਰ ਆ ਰਹੀ ਹੈ ਉਹ ਵਾਲੀ ਕੰਡੀਸ਼ਨ। ਜਿਹੜੀ 3 ਨੰਬਰ ਹੈ ਇੱਥੇ ਉਹ ਸਾਡੇ ਕੁਆਇਲ ਦਾ ਤਾਪਮਾਨ ਹੈ। ਕਹਿਣ ਦਾ ਭਾਵ ਕੁਆਇਲ ਦਾ ਟੈਂਪਰੇਚਰ ਸਪੋਜ਼ ਕਰੋ 30 ਡਿਗਰੀ ਹੈ ਤਾਂ ਉਹ ਹਵਾ ਪੂਰੀ ਪ੍ਰੋਪਰ ਉਹਦੇ ਨਾਲ ਟੱਚ 'ਚ ਨਹੀਂ ਆਈ ਤਾਂ ਉਹ ਹਵਾ ਦਾ ਜਿਹੜਾ ਬਾਹਰੀ ਤਾਪਮਾਨ ਹੈ, ਜੋ ਏਅਰ ਉਹਦੇ ਵਿੱਚੋਂ ਬਾਹਰ ਆ ਰਹੀ ਹੈ, ਉਹਦਾ ਟੈਂਪਰੇਚਰ ਸਾਡੇ ਕੋਲੇ 25 ਡਿਗਰੀ ਜੋ ਸੈਲਸੀਅਸ ਹੈ। ਤਾਂ ਇਸ ਤਰੀਕੇ ਅਸੀਂ ਇਹਨੂੰ ਰਿਪਰੈਜ਼ੈਂਟ ਕਰ ਸਕਦੇ ਹਾਂ। ਹੁਣ ਇਹਦੇ 'ਚ ਦੇਖਣ ਵਾਲੀ ਚੀਜ਼ ਕੀ ਹੈ, ਸਭ ਤੋਂ ਪਹਿਲਾਂ ਤੁਸੀਂ ਡਰਾਈ ਬਲਬ ਟੈਂਪਰੇਚਰ 'ਚ ਦੇਖੋ ਕਿ ਇਹਦੇ 'ਚ ਕੀ ਚੇਂਜ ਆਇਆ। ਦੇਖੋ ਇੱਥੇ ਡਰਾਈ ਬਲਬ ਟੈਂਪਰੇਚਰ ਘੱਟ ਸੀ, ਜਦੋਂ ਅਸੀਂ ਹੀਟਿੰਗ ਕੀਤੀ ਤਾਂ ਡਰਾਈ ਬਲਬ ਟੈਂਪਰੇਚਰ ਵੱਧ ਗਿਆ। ਤਾਂ ਇਹਦਾ ਮਤਲਬ ਸੈਂਸੀਬਲ ਹੀਟਿੰਗ ਦੇ ਨਾਲ ਡਰਾਈ ਬਲਬ ਟੈਂਪਰੇਚਰ ਸਾਡਾ ਵੱਧ ਜਾਂਦਾ ਹੈ। ਤਾਂ ਇਸੇ ਤਰ੍ਹਾਂ ਜੋ ਵੈਟ ਬਲਬ ਟੈਂਪਰੇਚਰ ਹੈ, ਵੈਟ ਬਲਬ ਟੈਂਪਰੇਚਰ ਵੀ ਜਿਵੇਂ ਜਿਵੇਂ ਅਸੀਂ ਸੈਚੂਰੇਸ਼ਨ ਕਰਵ ਦੇ ਨਾਲ ਨਾਲ ਉੱਪਰ ਵੱਲ ਨੂੰ ਜਾਂਦੇ ਆ ਤਾਂ ਉਹਦੀਆਂ ਵੈਲਿਊਜ਼ ਵੱਧਦੀ ਹੈ। ਤਾਂ ਇੱਥੇ ਸਾਡੀ ਵੈਟ ਬਲਬ ਦੀ ਜੋ ਰੀਡਿੰਗ ਹੈ ਉਹ ਵੀ ਵੱਧ ਰਹੀ ਹੈ ਤੇ ਐਂਥੈਲਪੀ ਵੀ ਵੱਧ ਰਹੀ ਹੈ।
ਇਹਦਾ ਮਤਲਬ ਸੈਂਸੀਬਲ ਹੀਟਿੰਗ ਦੇ ਵਿੱਚ ਡਰਾਈ ਬਲਬ ਟੈਂਪਰੇਚਰ, ਵੈਟ ਬਲਬ ਟੈਂਪਰੇਚਰ ਤੇ ਐਂਥੈਲਪੀ ਇਹ ਵੱਧਦੀਆਂ ਨੇ। ਇਸੇ ਤਰ੍ਹਾਂ ਅਸੀਂ ਦੇਖੀਏ ਵੀ ਕਾਂਸਟੈਂਟ ਕੀ ਚੀਜ਼ ਹੈ, ਡਿਊ ਪੁਆਇੰਟ ਟੈਂਪਰੇਚਰ। 1 ਨੰਬਰ ਤੇ ਦੇਖੀਏ ਅਸੀਂ ਲਾਈਨ ਇੱਧਰ ਨੂੰ ਡਰਾ ਕਰੀਏ, ਇੱਥੋਂ ਸਾਡੀ ਰੀਡਿੰਗ ਆਉਣੀ ਹੈ ਡਿਊ ਪੁਆਇੰਟ ਦੀ। ਜੇ 2 ਤੋਂ ਡਰਾ ਕਰੀਏ ਸੇਮ ਲਾਈਨ ਹੈ ਤਾਂ ਇਹਦਾ ਮਤਲਬ ਡਿਊ ਪੁਆਇੰਟ ਇਧਰਲੀ ਸਾਈਡ ਤੋਂ ਸਪੈਸੀਫਿਕ ਹਿਊਮਿਡਿਟੀ that remains constant। ਤੇ ਰਿਲੇਟਿਵ ਹਿਊਮਿਡਿਟੀ ਦੀ ਗੱਲ ਕਰੀਏ ਅਸੀਂ, ਜਦੋਂ ਅਸੀਂ ਇਹਦੀ ਹੀਟਿੰਗ ਕਰਦੇ ਆ ਤਾਂ ਜੋ ਰਿਲੇਟਿਵ ਹਿਊਮਿਡਿਟੀ ਹੈ ਉਹ ਸਾਡੀ ਘਟ ਜਾਂਦੀ ਹੈ। ਰਿਲੇਟਿਵ ਹਿਊਮਿਡਿਟੀ ਇੱਥੇ ਸਾਡੀ ਜਿਹੜੀ ਹੈਗੀ ਆ ਉਹ ਡਿਕਰੀਜ਼ ਹੋ ਰਹੀ ਹੈ। ਇਸੇ ਤਰ੍ਹਾਂ ਸੈਂਸੀਬਲ ਕੂਲਿੰਗ, ਇਹ ਉਹਦਾ ਉਲਟ ਪ੍ਰੋਸੈਸ ਆ ਗਿਆ। ਇਹਦੇ ਵਿੱਚ ਅਸੀਂ ਜਿਹੜੀ ਹੈ ਸੈਂਸੀਬਲ ਕੂਲਿੰਗ ਦੇ ਵਿੱਚ 에ਅਰ ਦਾ ਟੈਂਪਰੇਚਰ ਡਿਕਰੀਜ਼ ਕਰਦੇ ਆ ਵਿਦਆਊਟ ਚੇਂਜ ਇਨ ਇਟਸ ਮੋਇਸਚਰ ਕੰਟੈਂਟ। ਮੋਇਸਚਰ ਕੰਟੈਂਟ ਤਬਦੀਲੀ ਕੀਤੇ ਬਿਨਾ ਅਸੀਂ ਉਹਦੇ ਜਿਹੜੇ ਹੈਗੇ ਆ ਟੈਂਪਰੇਚਰ ਨੂੰ ਘਟਾਉਣੇ ਆ, ਤਾਂ ਉਹ ਸਾਡਾ ਸੈਂਸੀਬਲ ਹੀਟਿੰਗ ਹੈ। ਇਹਨੂੰ ਜ਼ਿਆਦਾ ਐਕਸਪਲੇਨ ਕਰਨ ਦੀ ਜ਼ਰੂਰਤ ਨਹੀਂ। ਆਈ ਥਿੰਕ ਤੁਸੀਂ ਸੈਂਸੀਬਲ ਹੀਟਿੰਗ ਦੇ ਨਾਲ ਹੀ ਇਸ ਚੀਜ਼ ਨੂੰ ਸਮਝ ਸਕਦੇ ਹੋ ਕਿ ਉਹਦੇ ਵਿੱਚ ਸਾਡਾ ਜੋ ਟੈਂਪਰੇਚਰ ਕੋਇਲ ਚ ਐਂਟਰ ਕਰ ਰਿਹਾ ਸੀ ਉਹ ਲੋ ਟੈਂਪਰੇਚਰ ਸੀ। ਇਸੇ ਤਰ੍ਹਾਂ ਇਹ ਸਾਡਾ ਚਿਲਰ ਆ, ਕੂਲਿੰਗ ਕੋਇਲ ਇਜ਼ देयर, ਇਹਦੇ ਵਿੱਚੋਂ ਜੋ 에ਅਰ ਐਂਟਰ ਕਰ ਰਹੀ ਹੈ ਉਹ 40 ਡਿਗਰੀ ਸੈਲਸੀਅਸ ਤੇ ਕਰ ਰਹੀ ਹੈ ਤੇ ਉਹੀ 에ਅਰ ਸਾਡੀ ਠੰਡੀ ਹੋ ਕੇ ਜਿਹੜੀ 26 ਡਿਗਰੀ ਸੈਲਸੀਅਸ ਤੇ ਉਸ ਕੋਇਲ ਦੇ ਵਿੱਚੋਂ ਬਾਹਰ ਆ ਰਹੀ ਹੈ। ਉਹੀ ਸੇਮ ਫਿਨੋਮੀਨਾ ਇਹਦੇ ਵਿੱਚ, ਉਹ ਕੋਇਲ ਦੇ ਵਿੱਚ ਅਸੀਂ ਉੱਥੇ ਸਟੀਮ ਯੂਜ਼ ਕਰਦੇ ਸੀ, ਇਹਦੇ ਵਿੱਚ ਅਸੀਂ ਕੋਈ ਚਿਲਡ ਵਾਟਰ ਜਾਂ ਸਾਡਾ ਜਿਹਨੂੰ ਅਸੀਂ ਆਮ ਭਾਸ਼ਾ ਚ ਗੈਸ ਰੈਫਰੀਜਰੈਂਟ ਜੋ ਹੈ ਸਾਡਾ ਉਹ ਯੂਜ਼ ਕਰਦੇ ਆ। ਉਸ ਰੈਫਰੀਜਰੈਂਟ ਦੇ ਜੋ ਹੈ ਟੈਂਪਰੇਚਰ ਦੇ ਨਾਲ ਅਸੀਂ ਇਹਨੂੰ ਕੰਟਰੋਲ ਕਰ ਸਕਦੇ ਹਾਂ। ਤਾਂ ਇਸੇ ਤਰ੍ਹਾਂ ਇਹਨੂੰ ਸਾਈਕੋਮੈਟ੍ਰਿਕ ਚਾਰਟ ਦੇ ਉੱਪਰ ਅਸੀਂ ਦੇਖ ਸਕਦੇ ਹਾਂ। ਸੈਂਸੀਬਲ ਹੀਟਿੰਗ ਤੋਂ ਉਲਟ ਇਹਦੇ ਵਿੱਚ ਜੋ ਡਰਾਈ ਬਲਬ ਟੈਂਪਰੇਚਰ, ਵੈਟ ਬਲਬ ਟੈਂਪਰੇਚਰ ਜਾਂ ਐਂਥੈਲਪੀ ਇਹ ਰਿਡਿਊਸ ਹੁੰਦੇ ਆ, ਡਿਕਰੀਜ਼ ਹੁੰਦੇ ਆ ਤੇ ਡਿਊ ਪੁਆਇੰਟ ਟੈਂਪਰੇਚਰ, ਸੈਂਸੀਬਲ ਹਿਊਮਿਡਿਟੀ ਇਹ ਕਾਂਸਟੈਂਟ ਰਹਿੰਦੇ ਆ ਤੇ ਜੋ ਸਾਡੀ ਰਿਲੇਟਿਵ ਹਿਊਮਿਡਿਟੀ ਹੈ ਉਹ ਇਸ ਕੇਸ ਦੇ ਵਿੱਚ ਸਾਡੀ ਇੱਥੇ ਤੁਸੀਂ ਦੇਖ ਪਾ ਰਹੇ ਹੋ ਕਿ ਉਹ ਵੱਧਦੀ ਹੈ। ਇਹਦੇ ਵਿੱਚ ਇੱਕ ਚੀਜ਼ ਹੋਰ ਜਿਹੜੀ ਇੰਪੋਰਟੈਂਟ ਹੈ ਉਹ ਚੀਜ਼ ਕੀ ਹੈ ਵੀ ਜਿਹੜੀ ਹੀਟਿੰਗ ਹੈ, ਹੀਟਿੰਗ ਨੂੰ ਤੁਸੀਂ ਐਨੀ ਡਿਜ਼ਾਇਰਡ ਟੈਂਪਰੇਚਰ ਤੱਕ ਜਿਹੜਾ ਹੈਗਾ ਕਰ ਸਕਦੇ ਹੋ। ਜਿੰਨੀ ਤੁਹਾਡੀ ਕੋਇਲ ਦਾ ਤਾਪਮਾਨ ਜਿੰਨਾ ਤੁਸੀਂ ਵਧਾ ਸਕਦੇ ਹੋ ਉਨਾ ਟੈਂਪਰੇਚਰ ਤੁਸੀਂ ਅਚੀਵ ਕਰ ਸਕਦੇ ਹੋ। ਬਟ ਇਨ ਕੇਸ ਆਫ ਸੈਂਸੀਬਲ ਕੂਲਿੰਗ ਤੁਸੀਂ ਕੂਲਿੰਗ ਸਿਰਫ ਡਿਊ ਪੁਆਇੰਟ ਟੈਂਪਰੇਚਰ ਤੱਕ ਕਰ ਸਕਦੇ ਹੋ। ਕੱਲੀ ਕੂਲਿੰਗ ਦੀ ਗੱਲ ਨਹੀਂ ਕਰ ਰਿਹਾ ਮੈਂ, ਸੈਂਸੀਬਲ ਕੂਲਿੰਗ ਦੀ ਗੱਲ ਕਰ ਰਿਹਾ। ਸੈਂਸੀਬਲ ਕੂਲਿੰਗ ਹੈ ਜੋ ਅਪ ਟੂ ਡਿਊ ਪੁਆਇੰਟ ਟੈਂਪਰੇਚਰ ਤੱਕ ਕੀਤੀ ਜਾ ਸਕਦੀ ਹੈ, ਕਿਉਂਕਿ ਜਿਵੇਂ ਤੁਸੀਂ ਪਿੱਛੇ ਪੜਿਆ ਜਦੋਂ ਇਹੀ ਹਵਾ ਠੰਡੀ ਹੋ ਕੇ ਡਿਊ ਪੁਆਇੰਟ ਟੈਂਪਰੇਚਰ ਤੱਕ ਪਹੁੰਚ ਗਈ, ਜੇ ਉਸ ਤੋਂ ਬਾਅਦ ਅਸੀਂ ਉਹਨੂੰ ਹੋਰ ਠੰਡਾ ਕਰਾਂਗੇ ਤਾਂ ਅਸੀਂ ਪੜਿਆ ਵੀ ਜਦੋਂ ਅਸੀਂ ਡਿਊ ਪੁਆਇੰਟ ਟੈਂਪਰੇਚਰ ਤੋਂ ਬਿਲੋ ਉਹਨੂੰ ਠੰਡਾ ਕਰਦੇ ਆ ਤਾਂ ਉਸੇ 에ਅਰ ਦੀ ਕੰਡੈਂਸੇਸ਼ਨ ਸਟਾਰਟ ਹੋ ਜਾਂਦੀ ਹੈ, ਮਤਲਬ ਕਿ ਉਹਦੇ ਵਿੱਚੋਂ ਜੋ ਮੋਇਸਚਰ ਹੈ ਉਹ ਨਿਕਲਣਾ ਸ਼ੁਰੂ ਹੋ ਜਾਊਗਾ। ਤਾਂ ਅਸੀਂ ਪੜਿਆ ਵੀ ਸੈਂਸੀਬਲ ਕੂਲਿੰਗ ਕੀ ਹੈ ਵੀ ਟੈਂਪਰੇਚਰ ਉਹਦਾ ਡਿਕਰੀਜ਼ ਕਰਨਾ ਹੈ, ਅਸੀਂ ਟੈਂਪਰੇਚਰ ਘਟਾਉਣਾ ਹੈ ਬਟ ਮੋਇਸਚਰ ਕੰਟੈਂਟ ਚੇਂਜ ਨਹੀਂ ਹੋਣਾ ਚਾਹੀਦਾ। ਤਾਂ ਇਹਦੇ 'ਚ ਇਹ ਲਿਮਿਟ ਆ ਗਈ, ਇੱਕ ਲਿਮਿਟ ਹੈ ਕਿ ਡਿਊ ਪੁਆਇੰਟ ਟੈਂਪਰੇਚਰ ਤੱਕ ਹੀ ਇਹਨੂੰ ਅਸੀਂ ਠੰਡਾ ਜਿਹੜਾ ਹੈਗਾ ਕਰ ਸਕਦੇ ਹਾਂ। ਉਸ ਤੋਂ ਬਾਅਦ ਸਾਡਾ ਹੈ ਹਿਊਮਿਡੀਫਿਕੇਸ਼ਨ। ਹੁਣ ਕਈ ਵਾਰ ਸਾਨੂੰ ਹਿਊਮਿਡੀਫਿਕੇਸ਼ਨ ਦੀ ਜ਼ਰੂਰਤ ਪੈਂਦੀ ਹੈ। ਹਿਊਮਿਡੀਫਿਕੇਸ਼ਨ ਕੀ ਹੈ? ਮੋਇਸਚਰ ਕੰਟੈਂਟ ਵਧਾਉਣਾ ਹੈ ਅਸੀਂ, ਪਰ ਡਰਾਈ ਬਲਬ ਟੈਂਪਰੇਚਰ ਦੇ ਵਿੱਚ ਕੋਈ ਤਬਦੀਲੀ ਨਹੀਂ ਹੋਣੀ ਚਾਹੀਦੀ। ਹੁਣ ਤੁਸੀਂ ਇੱਥੇ ਲਾਈਨ ਦੇਖ ਰਹੇ ਹੋ, ਸਾਡੀ ਵਰਟੀਕਲ ਲਾਈਨ ਆ ਰਹੀ ਹੈ, ਉੱਪਰ ਵੱਲ ਨੂੰ ਜਾ ਰਹੀ ਹੈ। ਇੱਥੋਂ ਅਸੀਂ ਨੀਚੋਂ ਡਰਾਈ ਬਲਬ ਟੈਂਪਰੇਚਰ ਦੀ ਰੀਡਿੰਗ ਲੈਂਦੇ ਆ, ਦੈਟ ਮੀਨਸ ਇੱਥੇ ਸਾਡਾ ਜੋ ਡਰਾਈ ਬਲਬ ਟੈਂਪਰੇਚਰ ਹੈ ਉਹ ਕਾਂਸਟੈਂਟ ਹੈ, ਚਾਹੇ ਉਹ 1 ਪੁਆਇੰਟ ਹੈ ਚਾਹੇ 2 ਪੁਆਇੰਟ ਹੈ। 1 ਪੁਆਇੰਟ ਦੇ ਉੱਪਰ ਸਾਡੀ ਹਿਊਮਿਡਿਟੀ ਦਾ ਲੈਵਲ ਘੱਟ ਸੀਗਾ, ਸਿਮਿਲਰਲੀ 2nd ਪੁਆਇੰਟ ਦੇ ਉੱਪਰ ਜੋ ਸਾਡਾ ਹਿਊਮਿਡਿਟੀ ਦਾ ਲੈਵਲ ਹੈ ਉਹ ਜ਼ਿਆਦਾ ਹੈਗਾ। ਤਾਂ ਇਹਦੇ ਵਿੱਚ ਅਸੀਂ ਮੋਇਸਚਰ ਨੂੰ ਐਡ ਕਰ ਰਹੇ ਹਾਂ ਹਵਾ ਦੇ ਵਿੱਚ ਵਿਦਆਊਟ ਚੇਂਜ ਇਨ ਇਟਸ ਡਰਾਈ ਬਲਬ ਟੈਂਪਰੇਚਰ। ਸਿਮਿਲਰਲੀ ਤੁਸੀਂ ਆਪਣੇ ਆਪ ਦੇਖ ਸਕਦੇ ਹੋ ਇੱਥੇ ਕਿ ਬਾਕੀ ਜੋ ਸਾਡੀਆਂ ਪ੍ਰੋਪਰਟੀਜ਼ ਨੇ ਉਹਨਾਂ ਦੇ ਵਿੱਚ ਕੀ ਤਬਦੀਲੀ ਆ ਰਹੀ ਹੈ। ਜਿਵੇਂ ਤੁਸੀਂ ਇੱਥੇ ਦੇਖ ਪਾ ਰਹੇ ਹੋ, ਜਿਵੇਂ ਇੱਥੇ ਮੈਂ ਲਾਈਨਸ ਦਿਖਾਈਆਂ ਤੁਹਾਨੂੰ ਰਿਲੇਟਿਵ ਹਿਊਮਿਡਿਟੀ ਦੀਆਂ, ਤਾਂ ਜਿਵੇਂ ਜਿਵੇਂ ਅਸੀਂ ਸੈਚੂਰੇਸ਼ਨ ਕਰਵ ਵੱਲ ਜਾਂਦੇ ਹਾਂ ਸਾਡੀ ਰਿਲੇਟਿਵ ਹਿਊਮਿਡਿਟੀ ਵੱਧਦੀ ਹੈ, ਦੈਟ ਮੀਨ ਹਿਊਮਿਡੀਫਿਕੇਸ਼ਨ ਦੇ ਨਾਲ ਸਾਡੀ ਜੋ ਰਿਲੇਟਿਵ ਹਿਊਮਿਡਿਟੀ ਹੈ ਉਹ ਵੱਧ ਰਹੀ ਹੈ। ਇਸੇ ਤਰ੍ਹਾਂ ਸਪੈਸੀਫਿਕ ਹਿਊਮਿਡਿਟੀ ਇਨਕਰੀਜ਼ ਹੋ ਰਹੀ ਹੈ। ਇੰਥੈਲਪੀ ਦੀ ਵੈਲਿਊਜ਼ ਤੁਸੀਂ ਦੇਖ ਰਹੇ ਹੋ, ਇੰਥੈਲਪੀ ਇਨਕਰੀਜ਼ ਹੋ ਰਹੀ ਹੈ, ਸਾਡੀ ਵੈਟ ਬਲਬ ਟੈਂਪਰੇਚਰ ਇਨਕਰੀਜ਼ ਹੋ ਰਿਹਾ ਹੈ। ਔਰ ਜਿਹੜੀ ਅਸੀਂ ਪਿੱਛੇ ਸੈਂਸੀਬਲ ਹੀਟ ਦੀ ਗੱਲ ਕੀਤੀ ਸੀ, ਇਹਦੇ ਵਿੱਚ ਕੱਲੀ ਸਾਡੀ ਲੇਟੈਂਟ ਹੀਟ ਟ੍ਰਾਂਸਫਰ ਹੋ ਰਹੀ ਹੈ। ਲੇਟੈਂਟ ਹੀਟ ਮੀਨ ਟੈਂਪਰੇਚਰ ਸੇਮ ਹੈ ਬਟ ਇਹਦੇ ਵਿੱਚ ਮੋਇਸਚਰ ਕੰਟੈਂਟ ਹੈ ਜੋ ਐਡ ਹੋ ਰਿਹਾ, ਸਟੇਟ ਉਹਦੀ ਚੇਂਜ ਹੋ ਰਹੀ ਹੈ, ਟੈਂਪਰੇਚਰ 'ਚ ਚੇਂਜ ਨਹੀਂ ਹੋ ਰਿਹਾ, ਤਾਂ ਦੈਟ ਇਜ਼ ਲੇਟੈਂਟ ਹੀਟ। ਤਾਂ ਹਿਊਮਿਡੀਫਿਕੇਸ਼ਨ ਦੇ ਵਿੱਚ ਸਾਡੀ ਕੱਲੀ ਜੋ ਲੇਟੈਂਟ ਹੀਟ ਟ੍ਰਾਂਸਫਰ ਹੁੰਦੀ ਹੈ। ਉਸੇ ਦੇ ਉਲਟ ਲੈ ਲਓ ਤੁਸੀਂ ਹਿਊਮਿਡੀਫਿਕੇਸ਼ਨ ਦੇ ਡੀਹਿਊਮਿਡੀਫਿਕੇਸ਼ਨ। ਡੀਹਿਊਮਿਡੀਫਿਕੇਸ਼ਨ ਦੇ ਵਿੱਚ ਜੋ ਸਾਡੀ ਹਵਾ ਹੈ ਉਹਦੇ ਵਿੱਚੋਂ ਮੋਇਸਚਰ ਨੂੰ ਅਸੀਂ
ਰਿਮੂਵ ਕਰਨਾ ਹੈ ਵਿਦਆਊਟ ਚੇਂਜ ਇਟਸ ਡਰਾਈ ਬਲਬ ਟੈਂਪਰੇਚਰ। ਉਹਦੇ ਉਲਟ ਕਰ ਦਿਓ, ਜੋ ਚੀਜ਼ਾਂ ਉਹਦੇ ਚ ਵਧ ਰਹੀਆਂ ਸੀ, ਸਾਡੀ ਰਿਲੇਟਿਵ ਹਿਊਮਿਡਿਟੀ, ਸਪੈਸੀਫਿਕ ਹਿਊਮਿਡਿਟੀ, ਐਂਥੈਲਪੀ ਐਂਡ ਵੈਟ ਬਲਬ ਟੈਂਪਰੇਚਰ, ਉਹ ਡੀਹਿਊਮਿਡਿਫਿਕੇਸ਼ਨ ਦੇ ਵਿੱਚ ਡਿਕਰੀਜ਼ ਹੋ ਰਹੀਆਂ ਨੇ। ਔਰ ਇੱਕ ਇਹਦੇ ਚ ਚੀਜ਼ ਬਹੁਤ ਜਿਹੜੀ ਨੋਟ ਕਰਨ ਵਾਲੀ ਹੈ, ਜੋ ਹਿਊਮਿਡਿਫਿਕੇਸ਼ਨ ਤੇ ਡੀਹਿਊਮਿਡਿਫਿਕੇਸ਼ਨ ਪ੍ਰੋਸੈਸਸ ਹੈ, ਇਹ ਦੋਨੇ ਪ੍ਰੋਸੈਸਸ ਕਿਤੇ ਵੀ ਇਕੱਲੇ ਯੂਜ਼ ਨਹੀਂ ਕੀਤੇ ਜਾਂਦੇ, ਇਕੱਲੇ ਇਹ ਪੋਸੀਬਲ ਨਹੀਂ ਹੈ। ਤਾਂ ਇਹਨਾਂ ਨੂੰ ਹੀਟਿੰਗ ਜਾਂ ਕੂਲਿੰਗ ਦੇ ਨਾਲ ਮਿਲਾ ਕੇ ਜੋ ਸਾਡੀ ਰਿਕੁਆਇਰਮੈਂਟ ਹੈ ਉਹਦੇ ਨਾਲ ਅਸੀਂ ਪੂਰਾ ਕਰਦੇ ਹਾਂ, ਜੋ ਕਿ ਅਸੀਂ ਅੱਗੇ ਇਹਨੂੰ ਸਟੱਡੀ ਕਰਦੇ ਹਾਂ। ਜੋ ਸਾਡਾ ਇਹ ਪ੍ਰੋਸੈਸ ਹੈ ਕੂਲਿੰਗ ਐਂਡ ਹਿਊਮਿਡਿਫਿਕੇਸ਼ਨ, ਹੁਣ ਜਿਹੜੇ ਤੁਸੀਂ ਪਿੱਛੇ 4 ਪ੍ਰੋਸੈਸ ਪੜ੍ਹੇ ਆ, ਕੂਲਿੰਗ, ਹੀਟਿੰਗ, ਹਿਊਮਿਡਿਫਿਕੇਸ਼ਨ ਐਂਡ ਡੀਹਿਊਮਿਡਿਫਿਕੇਸ਼ਨ, ਹੁਣ ਅਸੀਂ ਉਹਨਾਂ ਦੀ ਜੋ ਹੈ ਇਕੱਠਾ ਕਰਨਾ ਉਹਨਾਂ ਨੂੰ। ਜਿਵੇਂ ਹੁਣ ਇਹਦੇ ਵਿੱਚ ਅਸੀਂ ਕੂਲਿੰਗ ਤੇ ਸਾਡੇ ਕੋਲੇ ਜਿਹੜੀ ਹੈ ਡੀਹਿਊਮਿਡਿਫਿਕੇਸ਼ਨ ਲੈ ਕੇ ਚੱਲ ਰਹੇ ਆ। ਤਾਂ ਕੂਲਿੰਗ ਐਂਡ ਡੀਹਿਊਮਿਡਿਫਿਕੇਸ਼ਨ ਦੇ ਵਿੱਚ ਕੀ ਹੈ, ਕੂਲਿੰਗ ਮੀਨਸ ਅਸੀਂ ਟੈਂਪਰੇਚਰ ਘਟਾਉਣਾ ਹੈ ਤੇ ਡੀਹਿਊਮਿਡਿਫਿਕੇਸ਼ਨ ਮੀਨ ਅਸੀਂ ਉਹਦੇ ਚੋਂ ਮੋਇਸਚਰ ਰਿਮੂਵ ਕਰਨਾ ਹੈ। ਇਹਦੇ ਚ ਤੁਸੀਂ ਮੇਨ ਸਾਡੀ ਡਾਇਗਰਾਮ ਦੇ ਉੱਪਰ ਦੇਖੋ, ਜੋ ਸਾਡੀ ਫਸਟ ਨੰਬਰ ਪੁਆਇੰਟ ਹੈ ਉਹ ਸਾਡੀ ਬਾਹਰਲੀ ਹਵਾ ਦੇ ਜਿਹੜੇ ਹੈਗੇ ਆ ਪੁਆਇੰਟਸ ਨੇ। ਜੇ ਕਿਸੇ ਨੂੰ ਕੋਈ ਡਾਇਗਰਾਮ ਦੇਖਣ ਚ ਪ੍ਰੋਬਲਮ ਆ ਰਹੀ ਹੈ ਤਾਂ ਆਪਣੀ ਸਕਰੀਨ ਦੇ ਉੱਪਰ ਤੁਸੀਂ ਜ਼ੂਮ ਕਰਕੇ ਦੇਖ ਸਕਦੇ ਹੋ ਇਹਨੂੰ। 1 ਨੰਬਰ ਪੁਆਇੰਟ ਹੈ ਜੋ ਸਾਡਾ ਉਹ ਆਊਟਰ ਕੰਡੀਸ਼ਨਸ ਰਿਪਰੈਜ਼ੈਂਟ ਕਰਦਾ ਹੈਗਾ। ਇਸੇ ਹਵਾ ਨੂੰ ਅਸੀਂ ਤਬਦੀਲ ਕਰਕੇ ਠੰਡਾ ਕਰਕੇ 2 ਨੰਬਰ ਦੇ ਉੱਪਰ ਲੈ ਆਏ। 2 ਨੰਬਰ ਸਾਡੀ ਕੰਡੀਸ਼ਨ ਸਪੇਸ ਦੀ ਜਿਹੜੀ ਹੈਗੀ ਆ ਅੰਦਰਲਾ ਜੋ ਸਾਡੀ ਕੰਡੀਸ਼ਨ ਸਪੇਸ ਦਾ ਟੈਂਪਰੇਚਰ ਹੈ ਉਹ ਹੈ। ਹੁਣ ਇਹਦੇ ਚ ਬੇਸਿਕਲੀ ਹੋਇਆ ਕੀ, ਜਿਵੇਂ ਤੁਸੀਂ ਦੇਖ ਰਹੇ ਹੋ ਇੱਥੇ ਤਾਪਮਾਨ ਵੱਧ ਸੀ, ਇੱਥੇ ਤਾਪਮਾਨ ਸਾਡਾ TD2 ਤੇ ਘੱਟ ਹੈ, ਇਹਦਾ ਮਤਲਬ ਕੂਲਿੰਗ ਹੋ ਗਈ। ਜੇ ਹੁਣ ਤੁਸੀਂ 1 ਤੋਂ ਨੀਚੇ ਵੱਲ ਨੂੰ ਆ ਰਹੇ ਹੋ ਤਾਂ ਇਹਦਾ ਮਤਲਬ 2 ਪੁਆਇੰਟ ਸਾਡਾ ਉੱਥੋਂ ਨੀਚੇ ਆ ਗਿਆ, ਤਾਂ ਇਹਦੇ ਵਿੱਚ ਸਾਡੀ ਡੀਹਿਊਮਿਡਿਫਿਕੇਸ਼ਨ ਹੋ ਗਈ। ਜਿਵੇਂ ਤੁਸੀਂ ਆਮ ਹੁਣ ਸਾਡੇ ਕੋਲੇ ਗਰਮੀਆਂ ਦਾ ਮੌਸਮ ਚੱਲ ਰਿਹਾ ਹੈ, ਤਾਂ ਗਰਮੀਆਂ ਦੇ ਵਿੱਚ ਸਮਰ ਦੇ ਵਿੱਚ ਅਸੀਂ ਇਹੀ ਪ੍ਰੋਸੈਸ ਯੂਜ਼ ਕਰਦੇ ਹਾਂ, ਕਿਉਂਕਿ ਗਰਮੀਆਂ ਦੇ ਵਿੱਚ ਜੋ ਸਾਡੀ ਬਾਹਰਲੀ ਹਵਾ ਹੈ ਉਹਦੇ ਵਿੱਚ ਜੋ ਹਵਾ ਦੇ ਵਿੱਚ ਮੋਇਸਚਰ ਕੰਟੈਂਟ ਬਹੁਤ ਜ਼ਿਆਦਾ ਹੁੰਦਾ ਹੈ। ਤਾਂ ਉਸ ਤੁਸੀਂ ਦੇਖਦੇ ਹੋ ਏਸੀ ਦੇ ਵਿੱਚੋਂ ਸਾਡਾ ਜੋ ਡਰੇਨ ਦੇ ਰਾਹੀਂ ਵਾਟਰ ਬਾਹਰ ਨਿਕਲ ਰਿਹਾ ਹੈਗਾ, ਤਾਂ ਉਹ ਡੀਹਿਊਮਿਡਿਫਿਕੇਸ਼ਨ ਹੋ ਕੇ ਹਵਾ ਦੇ ਵਿੱਚੋਂ ਜੋ ਮੋਇਸਚਰ ਕੰਟੈਂਟ ਬਾਹਰ ਆਉਂਦਾ ਹੈ, ਤਾਂ ਉਹ ਹਵਾ ਦੀ ਅਸੀਂ ਕੂਲਿੰਗ ਐਂਡ ਡੀਹਿਊਮਿਡਿਫਿਕੇਸ਼ਨ ਕਰਦੇ ਹਾਂ। ਹੁਣ ਡੀਹਿਊਮਿਡਿਫਿਕੇਸ਼ਨ ਹੁੰਦੀ ਕਿਵੇਂ ਆ, ਇਹਦੇ ਚ ਅਸੀਂ ਪੜਿਆ ਵੀ ਸਾਡੇ ਕੋਲੇ ਜੇ ਕੋਇਲ ਹੈ, ਜਿਵੇਂ ਆ 4 ਨੰਬਰ ਦੇਖੋ ਪੁਆਇੰਟ ਤੁਸੀਂ, ਇਹ ਮੇਰੇ ਕੋਇਲ ਦਾ ਟੈਂਪਰੇਚਰ ਹੈ ਜੋ ਕੂਲਿੰਗ ਕੋਇਲ ਆ, ਉਹਨੂੰ ਮੈਂ ਲਿਖਿਆ ADP। ADP ਦਾ ਮਤਲਬ ਆਪਰੇਟਸ ਡਿਊ ਪੁਆਇੰਟ, ਜਿਹੜਾ ਮੇਰਾ ਆਪਰੇਟਸ ਹੈ ਮਤਲਬ ਕਿ ਮੇਰੀ ਕੋਇਲ ਹੈ, ਉਹਦਾ ਜੋ ਤਾਪਮਾਨ ਹੈ ਆਪਰੇਟਸ ਡਿਊ ਪੁਆਇੰਟ, ਉਹਨੂੰ ਜਿਹੜੀ ਹਵਾ ਨੂੰ ਮੈਂ ਕੂਲ ਕਰਨਾ ਹੈ ਉਸ ਹਵਾ ਦੇ ਡਿਊ ਪੁਆਇੰਟ ਤੋਂ ਨੀਚੇ ਰੱਖਿਆ ਜਾਂਦਾ ਹੈ। ਕਿਉਂਕਿ ਜਿਵੇਂ ਤੁਸੀਂ ਪੜਿਆ ਜੇ ਉਹਦਾ ਡਿਊ ਪੁਆਇੰਟ ਉਸ ਹਵਾ ਤੋਂ ਘੱਟ ਹੋਊਗਾ ਫੇਰ ਹੀ ਉਹਦੇ ਵਿੱਚ ਜੋ ਮੋਇਸਚਰ ਕੰਟੈਂਟ ਆ ਉਹਦੀ ਕੰਡੈਂਸੇਸ਼ਨ ਹੋ ਪਾਊਗੀ, ਤਾਂ ਉਹਦੇ ਵਿੱਚੋਂ ਜੋ ਮੋਇਸਚਰ ਹੈ ਸਾਡਾ ਉਹ ਰਿਮੂਵ ਹੋਏਗਾ। ਤਾਂ ਇਹਦੇ ਚ ਇੱਕ ਚੀਜ਼ ਇਹ ਹੈ ਵੀ ਪ੍ਰੋਸੈਸ, ਜਿਵੇਂ ਤੁਸੀਂ ਡਾਟਡ ਲਾਈਨ ਦੇਖ ਰਹੇ ਹੋ, ਆ ਕਰਵਡ ਲਾਈਨ, ਹੋ ਸਕਦਾ ਹੈ ਪ੍ਰੋਸੈਸ ਇਸ ਪੁਆਇੰਟ ਦੇ ਥਰੂ ਹੋਵੇ, ਤਾਂ ਇਹਦੇ ਵਿੱਚ ਬਟ ਸਾਨੂੰ ਮੇਨ ਸਾਡੇ ਐਂਡ ਕੰਡੀਸ਼ਨਸ ਰਿਕੁਆਇਰਡ ਹੁੰਦੀਆਂ। ਜਿਵੇਂ ਮੈਂ ਪਿੱਛੇ ਤੁਹਾਨੂੰ ਸਾਈਕੋਮੈਟ੍ਰਿਕ ਚਾਰਟ ਦੀ ਵਰਤੋਂ ਕਰਨੀ ਸਿਖਾਈ, ਸਪੋਜ਼ ਕਰੋ ਤੁਹਾਨੂੰ ਆਊਟਰ 에ਅਰ ਦੀਆਂ ਕੰਡੀਸ਼ਨਸ ਪਤਾ ਹੈ, ਤੁਹਾਨੂੰ ਇਨਡੋਰਸ ਜੋ ਤੁਹਾਡਾ ਕੰਡੀਸ਼ਨਡ ਸਪੇਸ ਹੈ ਉਹਦੀਆਂ ਕੰਡੀਸ਼ਨਸ ਪਤਾ ਹੈ, ਤਾਂ ਤੁਸੀਂ ਉਹਦੀਆਂ ਕੋਈ ਵੀ ਬਾਕੀ ਪ੍ਰੋਪਰਟੀਜ਼ ਈਜ਼ੀਲੀ ਫਾਈਂਡ ਆਊਟ ਕਰ ਸਕਦੇ ਹੋ। ਤਾਂ ਇਹਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਕਿ ਤੁਹਾਡੀ ਜਿਹੜੀ ਰਿਲੇਟਿਵ ਹਿਊਮਿਡਿਟੀ ਹੈ ਉਹ ਇਨਕਰੀਜ਼ ਹੋ ਰਹੀ ਹੈ ਤੇ ਜੋ ਸਪੈਸੀਫਿਕ ਹਿਊਮਿਡਿਟੀ ਹੈ ਡਿਕਰੀਜ਼ ਹੋ ਰਹੀ ਹੈ। ਇਸੇ ਤਰ੍ਹਾਂ ਤੁਸੀਂ ਬਾਕੀ ਪ੍ਰੋਪਰਟੀਜ਼ ਇਹਦੇ ਵਿੱਚ ਜਿਹੜੀਆਂ ਹੈਗੀਆਂ ਉਹ ਫਾਈਂਡ ਆਊਟ ਕਰ ਸਕਦੇ ਹੋ ਇੱਕ ਜਿਹੜੀ ਹੈਗੀ ਆ ਉਸ ਪ੍ਰੋਸੈਸ ਦੀ ਲਾਈਨ ਨੂੰ ਡਰਾ ਕਰਕੇ। ਇਹਦੇ ਚ ਆਪਾਂ ਇੱਕ ਸਮਰ 에ਅਰ ਕੰਡੀਸ਼ਨਿੰਗ ਦੀ ਐਗਜ਼ਾਮਪਲ ਲਵਾਂਗੇ, ਜਿਵੇਂ ਜਿਹਦੇ ਵਿੱਚ ਸਾਡਾ ਜੋ ਬਾਹਰਲਾ ਟੈਂਪਰੇਚਰ ਹੈ ਉਹ ਗਰਮ ਹੈ ਤੇ ਹਿਊਮਿਡ ਹੈ। ਜਿਵੇਂ ਅਸੀਂ ਇੱਕ ਮੁੰਬਈ ਦੀ ਐਗਜ਼ਾਮਪਲ ਲਈ ਹੈ ਇੱਥੇ, ਜਿੱਥੇ ਸਾਡਾ ਬਾਹਰ ਦਾ ਟੈਂਪਰੇਚਰ ਐਵਰੇਜ ਲਿਆ ਮੈਂ 32 ਡਿਗਰੀ ਸੈਲਸੀਅਸ ਹੈ, ਬਟ ਸੀ ਹੋਣ ਕਰਕੇ ਉੱਥੇ ਜੋ ਰਿਲੇਟਿਵ ਹਿਊਮਿਡਿਟੀ ਆ ਉਹ ਜ਼ਿਆਦਾ ਰਹਿੰਦੀ ਹੈ, ਦੈਟ ਇਜ਼ 75%। ਤਾਂ ਉੱਥੇ ਸਾਡੇ ਕੋਲ ਜਿਹੜੀ ਇਹ ਕੂਲਿੰਗ ਐਂਡ ਡੀਹਿਊਮਿਡਿਫਿਕੇਸ਼ਨ ਪ੍ਰੋਸੈਸ ਹੁੰਦਾ ਹੈਗਾ, ਜੋ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਪਾ ਰਹੇ ਹੋ। ਇਹ ਕੋਇਲ ਦੇ ਵਿੱਚ ਸਾਡੀ ਜਿਹੜੀ ਹੈਗੀ ਹੈ ਉਸ ਹਵਾ ਨੂੰ ਠੰਡਾ ਕੀਤਾ ਜਾਂਦਾ ਹੈ ਤੇ ਉਹਦੀ ਹਿਊਮਿਡਿਫਿਕੇਸ਼ਨ ਦੇ ਨਾਲ ਜੋ ਸਾਡਾ ਵਾਟਰ ਹੈ ਉਹ ਕੰਡੈਂਸ ਹੋ ਕੇ ਉਸ ਸਿਸਟਮ ਦੇ ਵਿੱਚੋਂ ਬਾਹਰ ਨਿਕਲਦਾ ਹੈ। ਤਾਂ ਕਈ ਵਾਰੀ ਇਹਦਾ ਟੈਂਪਰੇਚਰ ਜ਼ਿਆਦਾ ਲੋ ਹੁੰਦਾ ਹੈ, ਕੰਡੀਸ਼ਨਡ ਰਿਕੁਆਇਰਮੈਂਟ ਦੇ ਅਕੋਰਡਿੰਗਲੀ ਅਸੀਂ ਉਹਨੂੰ ਫਿਰ ਰੀਹੀਟ ਕਰ ਸਕਦੇ ਹਾਂ। ਉਸ ਤੋਂ ਬਾਅਦ ਸਾਡੇ ਕੋਲੇ ਆ ਜਾਂਦਾ ਕੂਲਿੰਗ ਐਂਡ ਹਿਊਮਿਡਿਫਿਕੇਸ਼ਨ। ਕੂਲਿੰਗ ਐਂਡ ਹਿਊਮਿਡਿਫਿਕੇਸ਼ਨ ਦਾ ਮਤਲਬ ਕੀ ਹੈ ਵੀ ਹਵਾ ਨੂੰ ਠੰਡਾ ਕਰਨਾ ਹੈ ਤੇ ਉਹਦੇ ਚ ਮੋਇਸਚਰ ਕੰਟੈਂਟ ਐਡ ਕਰਨਾ ਹੈ। ਹੁਣ ਆਪਾਂ ਤਾਂ ਇਹਦੇ ਚ ਇਹ ਪੜਿਆ ਵੀ ਸਮਰ ਦੇ ਵਿੱਚ ਸਾਡੇ ਕੋਲੇ ਜੋ ਹਵਾ ਹੈ ਉਹਦੇ ਵਿੱਚ ਮੋਇਸਚਰ ਕੰਟੈਂਟ ਪਹਿਲਾਂ ਹੀ ਜ਼ਿਆਦਾ ਹੈ, ਤਾਂ ਇਸ ਪ੍ਰੋਸੈਸ ਦੀ ਰਿਕੁਆਇਰਮੈਂਟ ਕਿੱਥੇ ਹੈ, ਕੂਲਿੰਗ ਐਂਡ ਹਿਊਮਿਡਿਫਿਕੇਸ਼ਨ, ਵੀ ਸਾਨੂੰ ਹਵਾ ਨੂੰ ਠੰਡਾ ਵੀ ਕਰਨਾ ਪਵੇ ਨਾਲ ਨਾਲ ਉਹਦੇ ਵਿੱਚ ਜੋ ਮੋਇਸਚਰ ਕੰਟੈਂਟ ਹੈ ਉਹਨੂੰ ਵੀ ਵਧਾਉਣਾ ਪਵੇ।
ਤਾਂ ਇਹਦਾ ਮਤਲਬ ਕੂਲਿੰਗ ਐਂਡ ਹਿਊਮਿਡੀਫਿਕੇਸ਼ਨ ਉਹ ਪ੍ਰੋਸੈਸ ਹੈ ਜਿਹਦੇ ਵਿੱਚ ਅਸੀਂ ਹਵਾ ਦੀ ਕੂਲਿੰਗ ਕਰਦੇ ਹਾਂ ਵਿਦ ਦੀ ਐਡੀਸ਼ਨ ਆਫ ਵਾਟਰ ਵੇਪਰ। ਉਹਦੇ ਚ ਹਵਾ ਨੂੰ ਵੀ ਅਸੀਂ ਨਾਲ ਐਡ ਕਰ ਰਹੇ ਹਾਂ। ਇਹਦੇ ਵਿੱਚ ਜਿਹੜੀਆਂ ਫਾਈਨਲ ਕੰਡੀਸ਼ਨਸ ਹੈ ਹਵਾ ਦੀਆਂ, ਉਹ ਜਿਵੇਂ ਅਸੀਂ ਇਵੈਪੋਰੇਟਿਵ ਕੂਲਿੰਗ ਕਹਿ ਦਿੰਦੇ ਆ, ਤਾਂ ਵਾਟਰ ਦੀ ਇਵੈਪੋਰੇਸ਼ਨ ਦੇ ਉੱਪਰ ਜੋ ਹੈ ਉਹ ਡਿਪੈਂਡ ਕਰਦੀਆਂ। ਜਿਵੇਂ ਤੁਸੀਂ ਇੱਥੇ 1 to 2 ਦੇਖ ਰਹੇ ਹੋ, ਇਹ ਸਾਡਾ ਪ੍ਰੋਸੈਸ ਹੈ ਕੂਲਿੰਗ ਐਂਡ ਹਿਊਮਿਡੀਫਿਕੇਸ਼ਨ ਦਾ, ਜਿਹਦੇ ਵਿੱਚ ਤੁਹਾਡਾ ਵੈਟ ਬਲਬ ਟੈਂਪਰੇਚਰ ਇੱਥੇ ਦੇਖ ਪਾ ਰਹੇ ਹੋ ਕਾਂਸਟੈਂਟ ਰਹਿ ਰਿਹਾ। 1 ਨੰਬਰ ਤੇ 2 ਨੰਬਰ ਪੁਆਇੰਟ ਤੇ ਵੈਟ ਬਲਬ ਟੈਂਪਰੇਚਰ ਕਾਂਸਟੈਂਟ ਹੈ। ਤਾਂ ਇਹ ਸਾਡਾ ਕੂਲਿੰਗ ਐਂਡ ਹਿਊਮਿਡੀਫਿਕੇਸ਼ਨ ਪ੍ਰੋਸੈਸ ਹੈ। ਇਹਦੀ ਜੇ ਅਸੀਂ ਐਗਜ਼ਾਮਪਲ ਲਈਏ ਇਵੈਪੋਰੇਟਿਵ ਕੂਲਿੰਗ ਦੀ, ਇਵੈਪੋਰੇਟਿਵ ਕੂਲਿੰਗ ਜੋ ਹੈ ਤੁਹਾਡੀ, ਜਿਵੇਂ ਤੁਹਾਡਾ ਕੂਲਰ ਹੈ, ਅਸੀਂ ਘਰਾਂ ਦੇ ਵਿੱਚ ਕੂਲਰ ਯੂਜ਼ ਕਰਦੇ ਹਾਂ, ਤਾਂ ਗਰਮੀਆਂ ਦੇ ਵਿੱਚ ਕੂਲਰ ਸਾਡਾ ਇਹ ਪ੍ਰੋਸੈਸ ਕਰਦਾ ਹੈ। ਜਦੋਂ ਉਹਦੇ ਵਿੱਚੋਂ ਉੱਪਰੋਂ ਪਾਣੀ ਜੋ ਹੈ ਨੀਚੇ ਡਿੱਗਦਾ ਹੈ, ਤਾਂ ਜਦੋਂ ਹਵਾ ਉਹਦੇ ਵਿੱਚੋਂ ਕ੍ਰਾਸ ਕਰਕੇ ਜਾਂਦੀ ਹੈ, ਤਾਂ ਜਿਹੜਾ ਸਾਡਾ ਹਵਾ ਦਾ ਟੈਂਪਰੇਚਰ ਹੈ ਉਹ ਲੋਅਰ ਹੋ ਜਾਂਦਾ ਹੈ, ਹਵਾ ਦਾ ਟੈਂਪਰੇਚਰ ਘਟ ਜਾਂਦਾ ਹੈ। ਬਟ ਉਹੀ ਵਾਟਰ ਤੇ ਪਾਰਟੀਕਲਸ ਹੈ ਜੋ ਇਵੈਪੋਰੇਟ ਹੋ ਕੇ ਉਹ ਸਾਡੇ ਪਾਣੀ ਦੇ ਨਾਲ ਮਿਕਸ ਹੋ ਜਾਂਦੇ ਆ। ਤਾਂ ਉਹ ਪਾਣੀ ਦੇ ਨਾਲ ਮਿਕਸ ਹੋਣ ਕਰਕੇ ਸਾਡੀ ਨਾਲ ਹਿਊਮਿਡੀਫਿਕੇਸ਼ਨ ਹੋ ਜਾਂਦੀ ਹੈ। ਤਾਂ ਇਹਦਾ ਮਤਲਬ ਸਾਡੇ ਕੋਲੇ ਕੂਲਿੰਗ ਪਲੱਸ ਹਿਊਮਿਡੀਫਿਕੇਸ਼ਨ ਹੋ ਰਹੀ ਹੈ। ਤਾਂ ਇਸੇ ਤਰ੍ਹਾਂ ਤੁਸੀਂ ਆਹ ਨੀਚੇ ਦੇਖ ਪਾ ਰਹੇ ਹੋ ਕਿ ਅਸੀਂ ਕੂਲਿੰਗ ਜਾਂ ਹਿਊਮਿਡੀਫਿਕੇਸ਼ਨ ਕਿਸ ਤਰ੍ਹਾਂ ਕਰਦੇ ਆ। ਇਹ ਜੋ ਡਾਇਗਰਾਮ ਹੈ 에ਅਰ ਵਾਸ਼ਰ ਹੈ। 에ਅਰ ਵਾਸ਼ਰ ਦੇ ਵਿੱਚ ਜੋ ਸਾਡਾ, ਜਿਵੇਂ ਕੂਲਰ ਦੇ ਸਿਧਾਂਤ ਦੀ ਗੱਲ ਕੀਤੀ ਹੈ ਅਸੀਂ, ਸਾਡੇ ਕੋਲ ਇੱਥੇ ਪੰਪ ਹੈ। ਪੰਪ ਦੀ ਹੈਲਪ ਦੇ ਨਾਲ ਇਹਦੇ ਵਿੱਚ ਅਸੀਂ ਇੱਥੋਂ ਪਾਣੀ ਸਪਰੇਅ ਕਰ ਰਹੇ ਹਾਂ। ਇਸ ਪਾਣੀ ਦੇ ਟੈਂਪਰੇਚਰ ਦੇ ਉੱਪਰ ਡਿਪੈਂਡ ਕਰਦਾ ਹਵਾ ਦੀਆਂ ਕੰਡੀਸ਼ਨਸ। ਇਧਰੋਂ ਹਵਾ ਸਾਡੀ ਐਂਟਰ ਕਰ ਰਹੀ ਹੈ, ਉਹਦੇ ਚ ਜੋ ਪਾਣੀ ਹੈ ਉਹ ਇਹਦੇ ਵਿੱਚ ਅਸੀਂ ਇਹਦੇ ਉੱਪਰ ਜਿਹੜਾ ਹੈਗਾ ਸਪਰੇਅ ਨੋਜ਼ਲਸ ਦੇ ਨਾਲ ਇਹਦੇ ਉੱਪਰ ਸਿੱਟਦੇ ਹੈਗੇ। ਉਹ ਪਾਣੀ ਦਾ ਤਾਪਮਾਨ ਡਿਊ ਪੁਆਇੰਟ ਟੈਂਪਰੇਚਰ ਤੋਂ ਜ਼ਿਆਦਾ ਹੈ, ਕਿਉਂਕਿ ਜੇ ਡਿਊ ਪੁਆਇੰਟ ਟੈਂਪਰੇਚਰ ਤੋਂ ਘੱਟ ਹੋਊਗਾ ਤਾਂ ਪਿੱਛੇ ਪੜਿਆ ਅਸੀਂ ਡੀਹਿਊਮਿਡੀਫਿਕੇਸ਼ਨ ਹੋ ਜਾਏਗੀ। ਇਹਦਾ ਮਤਲਬ ਹਿਊਮਿਡੀਫਿਕੇਸ਼ਨ ਵੇਲੇ ਇਸ ਵਾਟਰ ਦਾ ਟੈਂਪਰੇਚਰ ਡਿਊ ਪੁਆਇੰਟ ਟੈਂਪਰੇਚਰ ਤੋਂ ਜ਼ਿਆਦਾ ਹੋਣਾ ਚਾਹੀਦਾ ਹੈ। ਤੇ ਜੇ ਅਸੀਂ ਹਵਾ ਨੂੰ ਠੰਡਾ ਕਰਨਾ ਹੈ ਤਾਂ ਉਹਦਾ ਟੈਂਪਰੇਚਰ ਸਾਡਾ ਡਰਾਈ ਬਲਬ ਟੈਂਪਰੇਚਰ ਤੋਂ ਘੱਟ ਹੋਣਾ ਚਾਹੀਦਾ ਹੈ। ਤਾਂ ਹੁਣ ਜੇ ਇਹਦੇ ਚ ਮੈਂ 3 ਪ੍ਰੋਸੈਸ ਰਿਪਰੈਜ਼ੈਂਟ ਕੀਤੇ ਡਾਇਗਰਾਮ ਚ, ਤੁਸੀਂ ਦੇਖੋ, ਇੱਕ ਤਾਂ 1 ਤੋਂ 3 ਜਾ ਰਿਹਾ, ਇੱਕ 1 ਤੋਂ 3 ਉੱਪਰ 1 ਡੈਸ਼ ਹੈ, ਇੱਕ 3 ਡਬਲ ਡੈਸ਼ ਹੈ। ਜੇ ਸਾਡਾ ਇਸ ਪਾਣੀ ਦਾ ਟੈਂਪਰੇਚਰ ਉਸ ਹਵਾ ਦੇ ਵੈਟ ਬਲਬ ਟੈਂਪਰੇਚਰ ਦੇ ਬਰਾਬਰ ਹੈ ਤਾਂ ਸਾਡਾ 1 ਤੋਂ ਲੈ ਕੇ 3 ਇਸ ਤਰੀਕੇ ਪ੍ਰੋਸੈਸ ਹੋਊਗਾ। ਜੇ ਇਹਦਾ ਵੈਟ ਬਲਬ ਟੈਂਪਰੇਚਰ ਘੱਟ ਹੈ ਸਾਡੇ ਹਵਾ ਦੇ ਉਸ ਟੈਂਪਰੇਚਰ ਤੋਂ, ਤਾਂ ਇਹ ਸਾਡਾ 1 ਤੋਂ 3 ਡੈਸ਼ ਵੱਲ ਹੋਊਗਾ। ਇਸ ਤਰ੍ਹਾਂ ਅਸੀਂ ਇਹਦੀਆਂ ਜਿਹੜੀਆਂ ਹੈਗੀਆਂ ਪ੍ਰੋਪਰਟੀਜ਼ ਫਾਈਂਡ ਆਊਟ ਕਰ ਸਕਦੇ ਹਾਂ। ਇਸੇ ਤਰ੍ਹਾਂ ਜਿਹੜੀ ਸਾਡੀ ਕੂਲਿੰਗ ਤੇ ਹਿਊਮਿਡੀਫਿਕੇਸ਼ਨ ਹੈ, ਉਹਦੀ ਵਰਤੋਂ ਕਿੱਥੇ ਹੋ ਸਕਦੀ ਹੈ? ਉਹਦੀ ਵਰਤੋਂ ਹੌਟ ਐਂਡ ਡਰਾਈ ਕੰਡੀਸ਼ਨਸ ਦੇ ਵਿੱਚ ਹੋ ਸਕਦੀ ਹੈ, ਵੀ ਜਿੱਥੇ ਗਰਮੀ ਵੀ ਹੈ ਪਰ ਰਿਲੇਟਿਵ ਹਿਊਮਿਡਿਟੀ ਘੱਟ ਹੈ। ਜਿਵੇਂ ਅਸੀਂ ਰਾਜਸਥਾਨ ਦੀ ਗੱਲ ਕਰਦੇ ਹਾਂ ਵੀ ਉੱਥੇ ਪਾਣੀ ਦੀ ਘਾਟ ਹੈ, ਕੋਈ ਡਰਾਈ ਏਰੀਆ ਉੱਥੇ, ਤਾਂ ਡਰਾਈ ਏਰੀਆ ਦੇ ਵਿੱਚ ਕੀ ਹੁੰਦਾ, ਜੋ ਸਾਡਾ ਟੈਂਪਰੇਚਰ ਹੈ ਉਹ ਜ਼ਿਆਦਾ ਹੁੰਦਾ ਹੈ ਪਰ ਜਿਹੜੀ ਰਿਲੇਟਿਵ ਹਿਊਮਿਡਿਟੀ ਹੈ ਉਹ ਘੱਟ ਹੁੰਦੀ ਹੈ। ਤੇ ਇਹਦਾ ਮਤਲਬ ਟੈਂਪਰੇਚਰ ਦੇ ਹਿਸਾਬ ਨਾਲ ਜੋ ਹਵਾ ਉਹਨੂੰ ਅਸੀਂ ਕੂਲ ਕਰਨਾ ਹੈ, ਤੇ ਜੋ ਸਾਡੀ ਰਿਲੇਟਿਵ ਹਿਊਮਿਡਿਟੀ ਹੈ ਉਹਨੂੰ ਅਸੀਂ ਹਿਊਮਿਡਿਟੀ ਨੂੰ ਇਨਕਰੀਜ਼ ਕਰਨਾ ਹੈ। ਜਿਵੇਂ ਇੱਥੇ ਐਗਜ਼ਾਮਪਲ ਲਈ ਅਸੀਂ ਨਾਗਪੁਰ ਤੇ ਰਾਜਸਥਾਨ ਦੀ, ਤਾਂ ਉਹਦੇ ਵਿੱਚ ਇਹ ਪ੍ਰੋਸੈਸ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਹੈ। ਜੋ ਸਾਡਾ ਵੈਪੋਰੇਟਿਵ ਕੂਲਿੰਗ ਹੈ ਜਾਂ ਕੂਲਰ ਦੀ ਅਸੀਂ ਗੱਲ ਕੀਤੀ ਹੈ, ਉਹ ਕੂਲਰ ਨੂੰ ਬੜੇ ਇਫੀਸ਼ੀਐਂਟ ਤਰੀਕੇ ਨਾਲ ਇਹਨਾਂ ਦੇ ਵਿੱਚ ਯੂਜ਼ ਕੀਤਾ ਜਾ ਸਕਦਾ ਹੈ ਵਿਦ ਲੋ ਕਾਸਟ, ਕਿਉਂਕਿ ਉਹਦੇ ਨਾਲ ਅਸੀਂ ਹਵਾ ਨੂੰ ਠੰਡਾ ਕਰਕੇ ਪਲੱਸ ਜੋ ਹਿਊਮਿਡਿਟੀ ਹੈ ਉਹ ਇਨਕਰੀਜ਼ ਕਰ ਸਕਦੇ ਹੈਗੇ ਆ। ਤਾਂ ਇਹਨਾਂ ਤਰੀਕੇ ਇਹਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ, ਜਿਵੇਂ ਇਹਦੇ ਵਿੱਚ ਫਸਟ ਆਫ ਆਲ ਸਾਡੇ ਕੋਲੇ ਕੂਲਿੰਗ ਕੋਇਲ ਹੈ। ਜਦੋਂ ਹਵਾ ਕੂਲਿੰਗ ਕੋਇਲ ਦੇ ਉੱਪਰੋਂ ਕ੍ਰਾਸ ਕਰਦੀ ਹੈ, ਦਾ ਟੈਂਪਰੇਚਰ ਹੈ ਜਿਹੜਾ 에ਅਰ ਦਾ ਦੈਟ ਗੋਜ਼ ਡਾਊਨ, ਠੀਕ ਹੈ ਜੀ। ਤੇ ਇਸ ਤੋਂ ਬਾਅਦ ਸਾਡੇ ਕੋਲੇ ਅੱਗੇ 에ਅਰ ਵਾਸ਼ਰ ਆ ਜਾਂਦਾ ਹੈ। ਇਹਦੇ ਵਿੱਚ ਅਸੀਂ ਵਾਟਰ ਨੂੰ ਸਪਰੇਅ ਕਰਦੇ ਆ, ਤਾਂ ਜਦੋਂ ਵਾਟਰ ਸਪਰੇਅ ਕੀਤਾ ਜਾਂਦਾ ਉਸ ਹਵਾ ਦਾ ਜਿਹੜਾ ਟੈਂਪਰੇਚਰ ਹਿਊਮਿਡਿਟੀ ਲੈਵਲ ਹੈ ਉਹ ਵੱਧ ਜਾਂਦਾ ਹੈ। ਤਾਂ ਇਸ ਤਰੀਕੇ ਅਸੀਂ ਹਿਊਮਿਡਿਟੀ ਪਲੱਸ ਕੂਲਿੰਗ 에ਅਰ ਦੀ ਕਰ ਸਕਦੇ ਹਾਂ। ਫਿਰ ਸਾਡੇ ਕੋਲੇ ਆ ਜਾਂਦਾ ਹੀਟਿੰਗ ਐਂਡ ਹਿਊਮਿਡੀਫਿਕੇਸ਼ਨ। ਹੀਟਿੰਗ ਐਂਡ ਹਿਊਮਿਡੀਫਿਕੇਸ਼ਨ ਹਵਾ ਦੇ ਵਿੱਚ ਹੀਟ ਨੂੰ ਐਡ ਕਰਨਾ, ਐਡੀਸ਼ਨ ਆਫ ਹੀਟ ਤੇ ਮੋਇਸਚਰ ਜਿਹੜਾ ਹੈਗਾ ਉਹ ਐਡ ਕਰਨਾ ਉਹਦੇ ਵਿੱਚ। ਕਿਉਂਕਿ ਇਹਦੇ ਵਿੱਚ ਕੀ ਹੁੰਦਾ, ਸਰਦੀ ਦੇ ਵਿੱਚ ਜੋ ਸਾਡੀ ਬਾਹਰਲੇ ਪਾਸੇ ਹਵਾ ਹੈ ਉਹਦਾ ਜੋ ਟੈਂਪਰੇਚਰ ਹੈ ਉਹ ਘੱਟ ਹੈ, ਤਾਂ ਉਹਨੂੰ ਹੀਟਿੰਗ ਦੀ ਜ਼ਰੂਰਤ ਹੈ। ਤੇ ਜੋ ਸਾਡਾ ਮੋਇਸਚਰ ਕੰਟੈਂਟ ਦੀ ਗੱਲ ਕਰੀਏ ਤਾਂ ਘੱਟ ਹੁੰਦਾ ਹੈ, ਤਾਂ ਉਹਨੂੰ ਅਸੀਂ ਜ਼ਿਆਦਾ ਵਧਾਉਣਾ ਹੈਗਾ। ਤਾਂ ਇਹਦੇ ਵਿੱਚ ਸਾਡੀ ਇਸ ਤਰ੍ਹਾਂ ਤੁਸੀਂ ਪ੍ਰੋਸੈਸ ਦੇਖ ਸਕਦੇ ਹੋ। ਇਹਦੇ ਚ 1 to 2, ਜਿਵੇਂ ਇਸ ਡਾਇਗਰਾਮ ਦੇ ਵਿੱਚ 1 ਤੋਂ ਲੈ ਕੇ 2 ਤੱਕ ਜੋ ਸਾਡਾ ਟੈਂਪਰੇਚਰ ਹੈ ਉਹ ਵੱਧ ਰਿਹਾ, ਪਲੱਸ ਹਿਊਮਿਡਿਟੀ ਵੀ ਵੱਧ ਰਹੀ ਹੈ। ਤਾਂ ਇਹਦੇ ਵਿੱਚ ਦੋਨੇ ਤਰ੍ਹਾਂ ਦੀਆਂ ਹੀਟ ਐਡ ਹੋ ਰਹੀਆਂ।
ਸੈਂਸੀਬਲ ਹੀਟ ਵੀ ਤੇ ਲੇਟੈਂਟ ਹੀਟ ਵੀ। ਜੇ ਇਸ ਪ੍ਰੋਸੈਸ ਨੂੰ ਮੈਂ ਇਸ ਤਰ੍ਹਾਂ ਕਰਾਂ, ਮੰਨ ਲਓ ਪਹਿਲਾਂ 1 ਤੋਂ ਲੈ ਕੇ ਮੈਂ A ਤੱਕ ਗਿਆ, 1 ਤੋਂ A ਤੱਕ ਮੇਰਾ ਕੀ ਹੋ ਗਿਆ, ਸੈਂਸੀਬਲ ਹੀਟਿੰਗ। ਉਸ ਤੋਂ ਬਾਅਦ A ਤੋਂ ਲੈ ਕੇ 2 ਤੱਕ ਮੇਰੀ ਕੀ ਹੋ ਗਈ, ਹਿਊਮਿਡੀਫਿਕੇਸ਼ਨ। ਤਾਂ ਇਹਦਾ ਮਤਲਬ ਇਹਨਾਂ ਦੋਨਾਂ ਨੂੰ ਮਿਲਾ ਕੇ ਜੋ ਸਾਡਾ ਪ੍ਰੋਸੈਸ ਬਣ ਗਿਆ ਹੀਟਿੰਗ ਐਂਡ ਹਿਊਮਿਡੀਫਿਕੇਸ਼ਨ। ਇੱਥੋਂ ਸਾਡੀ ਸੈਂਸੀਬਲ ਹੀਟ ਐਡ ਹੋ ਗਈ ਤੇ ਇਧਰਲੀ ਸਾਈਡ ਤੋਂ ਸਾਡੀ ਜਿਹੜੀ ਹੈਗੀ ਆ ਲੇਟੈਂਟ ਹੀਟ ਐਡ ਹੋ ਗਈ। ਤਾਂ ਦੋਨੇ ਇਹਦੇ ਚ ਜਿਹੜੀਆਂ ਹੈਗੀਆਂ ਐਡੀਸ਼ਨਸ ਇਹਦੇ ਵਿੱਚ ਸਾਡੀਆਂ ਹੋ ਰਹੀਆਂ ਨੇ। ਹੁਣ ਜੇ ਤੁਸੀਂ ਇਹਦੇ ਚ ਦੇਖੋ ਵੀ ਤੁਹਾਡਾ ਰਿਲੇਟਿਵ ਹਿਊਮਿਡਿਟੀ ਦੇ ਉੱਪਰ ਕੀ ਫਰਕ ਪੈ ਰਿਹਾ ਇਹਦੇ ਵਿੱਚ। ਰਿਲੇਟਿਵ ਹਿਊਮਿਡਿਟੀ ਜਿਹੜੀ ਹੈਗੀ ਆ ਸਾਡੀ that may be increase or decrease। ਹੁਣ ਜਿਵੇਂ ਤੁਸੀਂ ਇੱਥੇ ਦੇਖੋ ਇਹ ਵੀ ਸਾਡਾ ਸੇਮ ਪ੍ਰੋਸੈਸ ਹੈ, ਦੂਸਰੀ ਡਾਇਗਰਾਮ ਦੇ ਵਿੱਚ ਦੇਖੋ 1 to 2 ਜਾ ਰਿਹਾ ਹੈ, ਇਹ ਵੀ ਸਾਡਾ ਸੇਮ ਹੈ ਕਿਉਂਕਿ ਇਹਦੇ ਚ ਵੀ ਹੀਟਿੰਗ ਹੋ ਰਹੀ ਹੈ ਤੇ ਹਿਊਮਿਡੀਫਿਕੇਸ਼ਨ ਹੋ ਰਹੀ ਹੈ। ਇਹਦੇ ਚ ਸਾਡਾ ਜੋ ਰਿਲੇਟਿਵ ਹਿਊਮਿਡਿਟੀ ਆ ਉਹ ਜ਼ਿਆਦਾ ਵੱਧ ਰਹੀ ਹੈ। ਇਹੀ ਪ੍ਰੋਸੈਸ ਜੇ ਥੋੜਾ ਇੱਧਰ ਨੂੰ ਸਾਡਾ ਚਲਿਆ ਜਾਵੇ ਤਾਂ ਇੱਥੇ ਜਿਵੇਂ ਜਿਵੇਂ ਅਸੀਂ ਸੈਚੂਰੇਸ਼ਨ ਕਰਵ ਤੋਂ ਡਾਊਨ ਵੱਲ ਨੂੰ ਆਵਾਂਗੇ ਤਾਂ ਸਾਡੀ ਰਿਲੇਟਿਵ ਹਿਊਮਿਡਿਟੀ ਜਿਹੜੀ ਹੈਗੀ ਹੈ ਘਟੂਗੀ। ਤਾਂ ਹੀਟਿੰਗ ਐਂਡ ਹਿਊਮਿਡੀਫਿਕੇਸ਼ਨ ਤੋਂ ਪ੍ਰੋਸੈਸ ਦੇ ਉੱਪਰ ਡਿਪੈਂਡ ਕਰਦਾ ਹੈ ਕਿ ਸਾਨੂੰ ਕਿਸ ਤਰ੍ਹਾਂ ਦੀਆਂ ਰਿਕੁਆਇਰਮੈਂਟਸ ਹੈਗੀਆਂ ਨੇ, ਉਹ ਟੈਂਪਰੇਚਰ ਦੇ ਨਾਲ ਜਿਹੜਾ ਹੈਗਾ ਸਾਡਾ ਕੰਟਰੋਲ ਕੀਤਾ ਜਾਂਦਾ ਹੈ। ਫਿਰ ਆ ਜਾਂਦਾ ਸਾਡਾ ਹੀਟਿੰਗ ਐਂਡ ਡੀਹਿਊਮਿਡੀਫਿਕੇਸ਼ਨ। ਜਿਹੜਾ ਸਾਡਾ ਇਹ ਪ੍ਰੋਸੈਸ ਪਿੱਛੇ ਅਸੀਂ ਪੜ੍ਹਿਆ ਹੀਟਿੰਗ ਐਂਡ ਹਿਊਮਿਡੀਫਿਕੇਸ਼ਨ, ਇਹ ਵਿੰਟਰ ਦੇ ਵਿੱਚ ਯੂਜ਼ ਕੀਤਾ ਜਾਂਦਾ। ਸਰਦੀਆਂ ਦੇ ਵਿੱਚ ਇਹ ਪ੍ਰੋਸੈਸ ਜਿਹੜਾ ਹੈਗਾ ਯੂਜ਼ ਕੀਤਾ ਜਾਂਦਾ ਹੈ। 에ਅਰ ਵਾਸ਼ਰ ਦੇ ਵਿੱਚ ਜਿਵੇਂ ਤੁਸੀਂ ਪਿੱਛੇ ਇੱਥੇ ਪੜ੍ਹਿਆ ਵੀ ਅਸੀਂ ਕੋਲਡ ਵਾਟਰ ਵਿੱਚ ਸਪਰੇਅ ਕਰ ਰਹੇ ਸੀ, ਇਹਦੇ ਵਿੱਚ ਤੁਸੀਂ ਸਟੀਮ ਦੀ ਇੰਜੈਕਸ਼ਨ ਕਰ ਸਕਦੇ ਹੋ ਜਾਂ ਗਰਮ ਪਾਣੀ ਦੀ ਇੰਜੈਕਸ਼ਨ ਕਰਕੇ ਇਹਦੇ ਚ ਗਰਮ ਪਾਣੀ ਇਹਦੇ ਉੱਪਰ ਸੁੱਟ ਕੇ ਜੋ ਸਾਡਾ ਹਵਾ ਦਾ ਤਾਪਮਾਨ ਹੈ ਉਹਨੂੰ ਵੀ ਵਧਾਇਆ ਜਾ ਸਕਦਾ ਹੈ, ਪਲੱਸ ਉਹਦੇ ਵਿੱਚ ਜੋ ਹਿਊਮਿਡਿਟੀ ਹੈ ਉਹ ਵੀ ਐਡ ਕੀਤੀ ਜਾ ਸਕਦੀ ਹੈ। ਉਸ ਤੋਂ ਬਾਅਦ ਆ ਗਿਆ ਸਾਡਾ ਹੀਟਿੰਗ ਐਂਡ ਡੀਹਿਊਮਿਡੀਫਿਕੇਸ਼ਨ। ਇਹ ਜਿਹੜਾ ਪ੍ਰੋਸੈਸ ਹੈ ਇਹ ਇੰਡਸਟਰੀਅਲ ਪੁਆਇੰਟ ਆਫ ਵਿਊ ਤੋਂ ਬਹੁਤ ਇੰਪੋਰਟੈਂਟ ਹੈ ਕਿਉਂਕਿ ਇਸ ਪ੍ਰੋਸੈਸ ਦੀ ਇੰਡਸਟਰੀ ਦੇ ਵਿੱਚ ਬਹੁਤ ਵਰਤੋਂ ਕੀਤੀ ਜਾਂਦੀ ਹੈ ਹੀਟਿੰਗ ਐਂਡ ਡੀਹਿਊਮਿਡੀਫਿਕੇਸ਼ਨ ਦੀ। ਕਿਉਂਕਿ ਕਈ ਪ੍ਰੋਸੈਸਸ ਇਹੋ ਜਿਹੇ ਹੁੰਦੇ ਆ ਜਿਹਦੇ ਵਿੱਚ ਹਵਾ ਨੂੰ ਡਰਾਈ ਕਰਨ ਦੀ ਜ਼ਰੂਰਤ ਹੁੰਦੀ ਹੈ। ਹਵਾ ਮਤਲਬ ਕਿ ਡੀਹਿਊਮਿਡੀਫਿਕੇਸ਼ਨ ਮੀਨ ਹਵਾ ਦੇ ਵਿੱਚੋਂ ਮੋਇਸਚਰ ਕੰਟੈਂਟ ਰਿਮੂਵ ਕਰਨਾ। ਤਾਂ ਇਹਦਾ ਮਤਲਬ ਜੇ ਉਹਦੇ ਵਿੱਚੋਂ ਅਸੀਂ ਮੋਇਸਚਰ ਕੰਟੈਂਟ ਰਿਮੂਵ ਕਰ ਰਹੇ ਹਾਂ ਤਾਂ ਹਵਾ ਸਾਡੀ ਡਰਾਈ ਹੋ ਰਹੀ ਹੈ, ਤਾਂ ਉਹਦੇ ਚ ਸਾਨੂੰ ਹਵਾ ਨੂੰ ਡਰਾਈ ਕਰਨ ਦੀ ਜ਼ਰੂਰਤ ਹੁੰਦੀ ਹੈ। ਪ੍ਰੋਸੈਸ ਦਾ ਤੁਹਾਨੂੰ ਆਲਰੇਡੀ ਇਹਦਾ ਪਤਾ ਲੱਗ ਗਿਆ ਹੋਵੇਗਾ, ਜਿਹਦੇ ਵਿੱਚ ਹਵਾ ਨੂੰ ਹੀਟ ਕਰਦੇ ਆ ਤੇ ਉਹਦੇ ਵਿੱਚ ਐਟ ਦਾ ਸੇਮ ਟਾਈਮ ਜੋ ਸਾਡਾ ਮੋਇਸਚਰ ਹੈ ਉਹਨੂੰ ਅਸੀਂ ਰਿਮੂਵ ਕਰਦੇ ਆ। ਹੁਣ ਇਹਦਾ ਤਰੀਕਾ ਕੀ ਹੁੰਦਾ ਹੈ, ਇਹਦੇ ਵਿੱਚ ਜੋ ਸਾਡੇ ਮਟੀਰੀਅਲ ਯੂਜ਼ ਕੀਤੇ ਜਾਂਦੇ ਆ ਉਹਨਾਂ ਨੂੰ ਅਸੀਂ ਕਹਿੰਦੇ ਆ ਹਾਈਗਰੋਸਕੋਪਿਕ ਮਟੀਰੀਅਲਸ। ਹੀਟਿੰਗ ਐਂਡ ਡੀਹਿਊਮਿਡੀਫਿਕੇਸ਼ਨ ਵਾਸਤੇ ਜਿਹੜੇ ਸਾਡੇ ਮਟੀਰੀਅਲਸ ਯੂਜ਼ ਹੁੰਦੇ ਆ ਦੈਟ ਆਰ ਹਾਈਗਰੋਸਕੋਪਿਕ ਮਟੀਰੀਅਲਸ। ਹਾਈਗਰੋਸਕੋਪਿਕ ਮਟੀਰੀਅਲਸ ਕੀ ਹੁੰਦੇ ਆ ਕਿ ਜਿਹੜੇ ਮੋਇਸਚਰ ਨੂੰ ਅਬਜ਼ੌਰਬ ਕਰ ਸਕਦੇ ਆ, ਜਿਹੜੇ ਮਟੀਰੀਅਲਸ ਮੋਇਸਚਰ ਨੂੰ ਅਬਜ਼ੌਰਬ ਕਰ ਸਕਦੇ ਆ, ਸੋਖ ਸਕਦੇ ਆ ਨਮੀ ਨੂੰ, ਉਹਨਾਂ ਨੂੰ ਅਸੀਂ ਹਾਈਗਰੋਸਕੋਪਿਕ ਮਟੀਰੀਅਲ ਕਹਿੰਦੇ ਆ। ਇਹਦੇ ਵਿੱਚ ਸਾਡੇ ਦੋ ਤਰ੍ਹਾਂ ਦੇ ਮਟੀਰੀਅਲ ਅਸੀਂ ਯੂਜ਼ ਕਰਦੇ ਆ, ਇੱਕ ਨੂੰ ਅਸੀਂ ਐਬਜ਼ੌਰਬੈਂਟ ਕਹਿ ਦਿੰਦੇ ਆ ਔਰ ਇੱਕ ਨੂੰ ਐਡਜ਼ੌਰਬੈਂਟ। ਉਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਮੰਨ ਲਓ ਸਾਡੇ ਕੋਲੇ ਇੱਕ ਸ਼ੈਲ ਹੈ, ਉਸ ਸ਼ੈਲ ਦੇ ਵਿੱਚ ਅਸੀਂ ਉਸ ਐਬਜ਼ੌਰਬੈਂਟ ਨੂੰ ਰੱਖਦੇ ਆ। ਜਿਵੇਂ ਤੁਸੀਂ ਬਰਾਈਨ ਸੋਲਿਊਸ਼ਨ ਬਣਾਉਣੇ ਹੋ, ਬਰਾਈਨ ਸੋਲਿਊਸ਼ਨ ਬਣਾਉਣ ਵਾਸਤੇ ਅਸੀਂ ਕੈਲਸ਼ੀਅਮ ਕਲੋਰਾਈਡ ਦੀ ਵਰਤੋਂ ਕਰਦੇ ਆ, ਤਾਂ ਐਬਜ਼ੌਰਬੈਂਟ ਦੇ ਵਿੱਚ ਤੁਹਾਡਾ ਕੈਲਸ਼ੀਅਮ ਕਲੋਰਾਈਡ, ਲਿਥੀਅਮ ਕਲੋਰਾਈਡਸ ਜਿਹੜੇ ਸਾਡੇ ਲਿਕੁਇਡ ਫਾਰਮ ਦੇ ਵਿੱਚ ਹੈਗੇ ਆ ਇਹਨਾਂ ਦੀ ਵਰਤੋਂ ਕਰ ਸਕਦੇ ਆ। ਤੇ ਇਸੇ ਤਰ੍ਹਾਂ ਐਡਜ਼ੌਰਬੈਂਟ ਦੇ ਵਿੱਚ ਸਾਡੇ ਕੋਲੇ ਸੋਲਿਡ ਮਟੀਰੀਅਲਸ ਆ ਜਾਂਦੇ ਆ, ਜਿਹਦੇ ਵਿੱਚ ਸਿਲਿਕਾ ਜੈਲ ਹੋ ਗਿਆ ਤੁਹਾਡਾ ਜਾਂ ਐਕਟੀਵੇਟਡ ਐਲੂਮੀਨਾ ਹੋ ਗਿਆ। ਹੁਣ ਇਹ ਪ੍ਰੋਸੈਸ ਹੁੰਦਾ ਕਿਵੇਂ ਹੈ, ਜਦੋਂ ਹਵਾ ਨੂੰ ਉਹਨਾਂ ਹਾਈਗਰੋਸਕੋਪਿਕ ਮਟੀਰੀਅਲਸ ਦੇ ਉੱਪਰ ਦੀ ਪਾਸ ਕਰਦੇ ਆ। ਮੰਨ ਲਓ ਇੱਕ ਕੈਬਿਨ ਹੈ, ਇੱਕ ਬਾਕਸ ਆ, ਉਹਦੇ ਵਿੱਚ ਅਸੀਂ ਉਹ ਹਾਈਗਰੋਸਕੋਪਿਕ ਮਟੀਰੀਅਲ ਹੈ, ਇਨਸੂਲੇਟਡ ਆ ਉਹ, ਜਦੋਂ ਅਸੀਂ ਹਵਾ ਨੂੰ ਉਹਦੇ ਵਿੱਚੋਂ ਪਾਸ ਕਰਵਾਉਂਦੇ ਆ ਤਾਂ ਉਹ ਜਿਹੜੀ ਸਾਡੀ 에ਅਰ ਆ ਉਹਦੇ ਜੋ ਮੋਇਸਚਰ ਹੈ ਉਹ ਹਾਈਗਰੋਸਕੋਪਿਕ ਮਟੀਰੀਅਲ ਦੁਆਰਾ ਸੋਖ ਲਿਆ ਜਾਂਦਾ ਹੈ। ਜਦੋਂ ਉਹਨੇ ਮੋਇਸਚਰ ਨੂੰ ਸੋਖ ਲਿਆ, ਹੁਣ ਤੁਸੀਂ ਇੱਥੇ ਇੱਕ ਚੀਜ਼ ਨੋਟ ਕਰੋ ਕਿ ਜਿਹੜਾ ਮੋਇਸਚਰ ਐਡ ਹੋਇਆ ਜਦੋਂ ਉਸ ਪਾਣੀ ਨੂੰ ਹੀਟ ਮਿਲੀ ਤਾਂ ਉਹ ਵੇਪਰ ਬਣਿਆ, ਵੇਪਰ ਬਣ ਕੇ ਉਹਦੇ ਵਿੱਚ ਉਹਦੀ ਐਡੀਸ਼ਨ ਹੋਈ। ਹੁਣ ਜਦੋਂ ਉਹ ਕੰਡੈਂਸ ਹੋ ਕੇ ਰਿਮੂਵ ਹੋ ਰਿਹਾ, ਪਾਣੀ ਕੰਡੈਂਸ ਹੋ ਕੇ ਉਸ ਹਾਈਗਰੋਸਕੋਪਿਕ ਮਟੀਰੀਅਲ ਨੇ ਅਬਜ਼ੌਰਬ ਕਰ ਲਿਆ, ਪਰ ਜਦੋਂ ਉਹ ਕੰਡੈਂਸ ਹੋਊਗਾ, ਕੰਡੈਂਸ ਹੋਣ ਦੇ ਦੌਰਾਨ ਉਸੇ ਪਾਣੀ ਦੇ ਪਾਰਟੀਕਲਸ ਨੇ ਹੀਟ ਨੂੰ ਛੱਡਣਾ ਹੈ, ਤਾਂ ਉਹ ਹੀਟ ਕਿੱਥੇ ਜਾਊਗੀ, that heat is added into the air। ਤਾਂ ਇਹਦਾ ਮਤਲਬ ਡੀਹਿਊਮਿਡੀਫਿਕੇਸ਼ਨ ਦੇ ਨਾਲ ਨਾਲ ਸਾਡੀ ਉਸ 에ਅਰ ਦੀ ਹੀਟਿੰਗ ਵੀ ਹੋ ਰਹੀ ਹੈ। ਹੁਣ ਕਈ ਅਸੀਂ ਨੋਮੈਟਿਕ ਸਿਸਟਮ ਯੂਜ਼ ਕਰਦੇ ਆ ਸਾਡੇ ਇੰਡਸਟਰੀ ਦੇ ਵਿੱਚ, ਉੱਥੇ ਸਾਨੂੰ 에ਅਰ ਦੀ ਜ਼ਰੂਰਤ ਹੁੰਦੀ ਹੈ, ਬਟ ਜੇ ਉਹਦੇ ਵਿੱਚ ਮੋਇਸਚਰ ਕੰਟੈਂਟ ਹੋਊਗਾ, ਕਿਸੇ ਵਾਲਵਸ ਦੀ ਅਸੀਂ ਆਪਰੇਟਿੰਗ ਕਰਦੇ ਆ ਤਾਂ ਉਹਨਾਂ ਦੇ ਵਿੱਚ ਜੇ ਸਾਡਾ ਮੋਇਸਚਰ ਆਊਗਾ ਤਾਂ ਉੱਥੇ ਡਿਊ ਕ੍ਰੀਏਟ ਹੋ ਸਕਦੀ ਹੈ। ਤਾਂ ਇਸ ਕਰਕੇ ਉਹਦੇ ਵਿੱਚ ਜੋ ਹਵਾ ਦੇ ਵਿੱਚ ਮੋਇਸਚਰ ਨਹੀਂ ਪ੍ਰੈਜ਼ੈਂਟ ਹੋਣਾ ਚਾਹੀਦਾ,
ਤਾਂ ਉੱਥੇ ਅਸੀਂ ਉਹਦੀ ਹੀਟਿੰਗ ਐਂਡ ਡੀਹਿਊਮਿਡੀਫਿਕੇਸ਼ਨ ਕਰਦੇ ਆ। ਇਹਦੇ ਵਿੱਚ ਜੋ ਸਾਡਾ ਡਰਾਈ ਬੱਲਬ ਡਿਊ ਪੁਆਇੰਟ ਟੈਂਪਰੇਚਰ ਹੈ ਜਾਂ ਰਿਲੇਟਿਵ ਹਿਊਮਿਡਿਟੀ ਹੈ, ਉਹਨੂੰ ਅਸੀਂ ਬੇਸਿਕਲੀ ਘਟਾਉਣੇ ਆ ਇਸ ਸਿਸਟਮ ਦੇ ਵਿੱਚ। 에ਅਰ ਨੂੰ ਅਸੀਂ ਡਰਾਈ ਕਰਨ ਵਾਸਤੇ ਇਹਦੀ ਜਿਹੜੀ ਹੈਗੀ ਆ ਵਰਤੋਂ ਕਰਦੇ ਆ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ। ਉਸ ਤੋਂ ਬਾਅਦ ਐਟ ਲਾਸਟ ਜਿਹੜਾ ਸਾਡੇ ਕੋਲੇ ਪ੍ਰੋਸੈਸ ਹੈ that is mixing of air streams। ਇਹ ਵੀ ਇੱਕ ਸਾਡੇ ਕੋਲੇ ਬਹੁਤ ਹੀ ਇੰਪੋਰਟੈਂਟ ਪ੍ਰੋਸੈਸ ਹੈ, ਮਿਕਸਿੰਗ ਆਫ 에ਅਰ ਸਟਰੀਮਸ। ਇਹਦੇ ਚ ਕੀ ਹੈ, ਸਾਡੇ ਕੋਲੇ ਵੱਖ-ਵੱਖ ਕੁਆਂਟੀਟੀਜ਼ ਦੀਆਂ ਕੋਈ 에ਅਰਸ ਨੇ। ਮੰਨ ਲਓ ਇੱਥੇ ਮੈਂ ਐਗਜ਼ਾਮਪਲ ਲਈ ਹੈ, ਵੀ ਹੈਵ ਅ 2 ਕੁਆਂਟੀਟੀਜ਼ ਆਫ 에ਅਰ ਹੈਵਿੰਗ ਡਿਫਰੈਂਟ ਪ੍ਰੋਪਰਟੀਜ਼। ਉਹਨਾਂ ਦੇ ਜਿਹੜੇ ਗੁਣ ਹੈ ਉਹ ਵੱਖਰੇ ਵੱਖਰੇ ਹੈ। ਜਿਵੇਂ ਤੁਸੀਂ ਦੇਖ ਪਾ ਰਹੇ ਹੋ ਸਾਡੇ ਕੋਲੇ, ਇਹਨੂੰ ਇੱਕ ਤੁਸੀਂ ਡਕਟ ਸਿਸਟਮ ਦੇ ਰੂਪ ਚ ਸਮਝੋ। ਇਧਰੋਂ ਸਾਡੀ ਜੋ ਹਵਾ ਆ ਰਹੀ ਹੈ ਉਹਦਾ ਮਾਸ m1 ਹੈ, ਉਹਦੀ ਜੋ ਸਪੈਸੀਫਿਕ ਹਿਊਮਿਡਿਟੀ W ਨਾਲ ਡਿਨੋਟ ਕੀਤੀ ਹੈ, ਉਹਦੇ ਕੋਲੇ ਜੋ ਹੀਟ ਹੈ ਉਹ H1 ਹੈ। ਇਸੇ ਤਰ੍ਹਾਂ ਸਾਡੇ ਕੋਲੇ ਦੂਸਰੀ ਸਾਈਡ ਤੋਂ ਜੋ 에ਅਰ ਆ ਰਹੀ ਹੈ ਉਹਦੀਆਂ ਪ੍ਰੋਪਰਟੀਜ਼। ਹੁਣ ਜਦੋਂ ਇਹਨਾਂ ਦੋਨਾਂ 에ਅਰ ਦੀਆਂ ਸਟਰੀਮਸ ਨੂੰ ਅਸੀਂ ਆਪਸ ਦੇ ਵਿੱਚ ਮਿਕਸ ਕਰ ਦਿੰਦੇ ਆ ਤਾਂ ਸਾਡੇ ਕੋਲੇ ਇੱਕ ਤੀਸਰੀ ਸਟੇਟ ਬਣ ਜਾਂਦੀ ਆ ਉਸ ਹਵਾ ਦੀ। ਤਾਂ ਇਹਨੂੰ ਅਸੀਂ ਮਿਕਸਿੰਗ ਆਫ 에ਅਰ ਸਟਰੀਮਸ ਕਹਿੰਦੇ ਆ। ਕਿਉਂਕਿ 에ਅਰ ਕੰਡੀਸ਼ਨਿੰਗ ਦੇ ਵਿੱਚ ਬੇਸਿਕਲੀ ਕੀ ਹੁੰਦਾ ਹੈ ਵੀ ਜਦੋਂ ਅਸੀਂ ਇੱਕ ਵਾਰ ਇੱਕ ਹਵਾ ਨੂੰ ਪ੍ਰੋਸੈਸ ਕਰ ਲਿਆ, ਉਹਦੀਆਂ ਕੰਡੀਸ਼ਨਸ ਨੂੰ ਅਸੀਂ ਚੇਂਜ ਕਰ ਲਿਆ, ਤਾਂ ਅਸੀਂ ਆਪਣੇ ਐਫੀਸ਼ੀਐਂਸੀ ਨੂੰ ਵਧਾਉਣ ਵਾਸਤੇ ਅਸੀਂ ਜੋ ਸਾਡੀ એનર્ਜੀ ਹੈ ਉਹਦੀ ਖਪਤ ਜ਼ਿਆਦਾ ਨਾ ਹੋਵੇ ਤਾਂ ਉਸੇ ਕੰਡੀਸ਼ਨਡ ਸਪੇਸ ਦੇ ਵਿੱਚੋਂ ਹਵਾ ਨੂੰ ਰੀਸਰਕੂਲੇਟ ਕਰਦੇ ਆ। ਤਾਂ ਉਸ ਰੀਸਰਕੂਲੇਟਡ 에ਅਰ ਨੂੰ ਅਸੀਂ ਆਊਟ ਨਾਲ ਵੈਂਟੀਲੇਸ਼ਨ ਵੀ ਚਾਹੀਦੀ ਹੈ, ਤਾਂ ਉਹਨਾਂ ਦੋਨਾਂ ਨੂੰ ਅਸੀਂ ਮਿਕਸ ਕਰਕੇ ਜੋ ਮਿਕਸਿੰਗ ਆਫ 에ਅਰ ਸਟਰੀਮਸ ਦੀ ਵਰਤੋਂ ਕਰਦੇ ਆ। ਜਿਵੇਂ ਤੁਸੀਂ ਐਗਜ਼ਾਮਪਲ ਲਓ ਵੀ ਜੋ ਸਾਡੀ 1 ਨੰਬਰ ਸਾਈਡ ਤੋਂ 에ਅਰ ਐਂਟਰ ਹੋ ਰਹੀ ਹੈ ਉਹ ਸਾਡੀ ਕੰਡੀਸ਼ਨਡ ਸਪੇਸ ਦੇ ਵਿੱਚੋਂ ਜਿਹੜੀ ਹਵਾ ਨੂੰ ਅਸੀਂ ਪਹਿਲਾਂ ਹੀ ਠੰਡਾ ਕੀਤਾ ਹੋਇਆ, ਸੌਰੀ 2 ਨੰਬਰ ਤੋਂ ਜਿਹੜੀ ਹਵਾ ਐਂਟਰ ਕਰ ਰਹੀ ਹੈ ਉਹ ਜਿਵੇਂ ਤੁਸੀਂ 2 ਨੰਬਰ ਤੋਂ ਪੁਆਇੰਟ ਦੇਖ ਪਾ ਰਹੇ ਹੋ ਕਿ ਜਿਹਦਾ ਤਾਪਮਾਨ ਘੱਟ ਹੈ। ਮੰਨ ਲਓ ਅਸੀਂ ਸਮਰ ਦੀ ਗੱਲ ਕਰ ਰਹੇ ਹਾਂ ਤਾਂ ਇਹਨੂੰ ਅਸੀਂ ਆਲਰੇਡੀ ਕੰਡੀਸ਼ਨ ਕੀਤਾ ਹੋਇਆ, ਉਹ ਹਵਾ ਉੱਥੋਂ ਕੰਫਰਟ ਪ੍ਰੋਡਿਊਸ ਕਰਨ ਤੋਂ ਬਾਅਦ ਇਹਦੇ ਵਿੱਚ ਵਾਪਸ ਆ ਰਹੀ ਹੈ। ਇਧਰੋਂ ਸਾਡੀ ਆਊਟਰ 에ਅਰ ਆ ਰਹੀ ਹੈ ਜੋ 1 ਨੰਬਰ ਪੁਆਇੰਟ ਦੇ ਉੱਪਰ ਹੈ। ਔਰ ਇਹਨਾਂ ਦੋਨਾਂ ਨੂੰ ਜਦੋਂ ਮਿਕਸ ਕੀਤਾ ਤਾਂ ਉਹ ਸਾਡੇ ਕੋਲੇ 3rd ਪੁਆਇੰਟ ਰਿਪਰੈਜ਼ੈਂਟ ਹੋ ਰਿਹਾ ਹੈਗਾ, ਜਿਹੜਾ ਕਿ ਇਹਨਾਂ ਦੇ ਮਾਸ ਦੇ ਉੱਪਰ ਕਿ ਇਹਦੀ ਕੁਆਂਟੀਟੀ ਕਿੰਨੀ ਹੈ ਉਹਦੇ ਉੱਪਰ ਨਿਰਭਰ ਕਰਦਾ ਹੈ। ਔਰ ਇਹਦੀਆਂ ਜਿਹੜੀਆਂ ਵੱਖ-ਵੱਖ ਪ੍ਰੋਪਰਟੀਜ਼ ਨੇ, ਉਹਦੇ ਕੋਲੇ ਕਿਸ ਤਰ੍ਹਾਂ ਦਾ ਗੁਣ ਸੀ, ਉਹਦੇ ਚ ਐਂਥੈਲਪੀ ਕਿੰਨੀ ਸੀ, ਉਹਦੇ ਚ ਸਪੈਸੀਫਿਕ ਹਿਊਮਿਡਿਟੀ ਕਿੰਨੀ ਸੀ। ਤਾਂ ਇਹਨਾਂ ਦੀ ਵਰਤੋਂ ਕਰਕੇ ਅਸੀਂ ਜੋ ਸਾਡੀ એનર્ਜੀ ਹੈ ਉਹਨੂੰ ਸੇਵ ਕਰ ਸਕਦੇ ਹਾਂ, ਪਲੱਸ ਨਾਲ ਜੋ ਸਾਡੀ ਵੈਂਟੀਲੇਸ਼ਨ ਰਿਕੁਆਇਰਮੈਂਟ ਹੈ ਉਹ ਅਚੀਵ ਕਰ ਸਕਦੇ ਹਾਂ। ਇਹ ਸਾਡਾ ਸਾਰਾ ਸਿਸਟਮ, ਜਿੰਨੇ ਵੀ ਸਾਡੇ ਇਹ ਪ੍ਰੋਸੈਸਸ ਹੈਗੇ ਆ, ਉਹਨਾਂ ਨੂੰ ਅਸੀਂ ਅਲੱਗ-ਅਲੱਗ ਸਿਸਟਮ ਦੇ ਵਿੱਚ ਪ੍ਰੋਸੈਸਸ ਦੇ ਰਿਗਾਰਡਿੰਗ ਅਸੀਂ ਯੂਜ਼ ਕਰਦੇ ਆ। ਇੱਕ ਵਾਰ ਇੱਥੋਂ ਤੱਕ ਜੇ ਕਿਸੇ ਦੀ ਕੋਈ ਕੁਐਰੀ ਹੈ ਤਾਂ ਆਪਣੀ ਕਲੀਅਰ ਕਰ ਸਕਦੇ ਹੋ। ਇਸ ਤੋਂ ਬਾਅਦ ਆਪਾਂ ਇਹਦਾ ਓਵਰਆਲ ਜਿਹੜਾ ਹੈਗਾ ਰਿਵਿਊ ਉਹ ਲੈ ਲਾਂਗੇ ਜੀ। ਕਿਸੇ ਦੀ ਕੋਈ ਕੁਐਰੀ ਹੋਵੇ ਤਾਂ ਪਲੀਜ਼। हाँ जी, किसी दी कोई क्वेरी होवे जी ਇਹਦੇ ਰਿਗਾਰਡਿੰਗ ਕੋਈ ਕੁਐਸਚਨਸ? सर हाँ जी, हाँ जी। I am Lakshmikant, training officer. Yes. Last time again. Hello, sir. हाँ जी, हाँ जी sir. Last time the problem is a little language problem, sir. If you possible to give in English, it is better to understand also, sir. Sir, I can deliver a lecture for your trainees in English. You can contact personally on my phone. Okay, sir. Okay. हाँ जी, हाँ जी. Can you share the PPT, sir? Yes, of course. Okay, I will send the email to you. Last time you sent it is very nice, sir, because here little this problem, internet problem we have. Sometimes it is available and sometimes it is not available. It is very difficult to reach the rural or interior training. Yes, you are right, sir. Actually, in Punjab, we have to deliver a lecture in Punjabi so that our students can understand. Okay, if you need for your students, I will deliver lecture in English also. Okay, sir. Okay. Okay, thank you. Thank you. Okay, sir, very nice presentation. So I am very happy. And this information I am transferring to my trainees. I am the training officer of the ITI. Therefore, I requested you to share your PPT to me, sir. If it is. Thank you, sir, for your valuable suggestions. Thank you. Thank you very much, sir. Any other queries from participants? किसे students ने और कोई question पूछना हो बेरा जे?
ਚਲੋ ਆਪਾਂ ਜੇ ਕਿਸੇ ਦੀ ਕੋਈ ਕੁਐਰੀ ਨਹੀਂ ਹੈ ਤਾਂ ਆਪਾਂ ਇੱਕ ਰਿਵਿਊ ਲੈ ਲੈਂਦੇ ਹਾਂ। ਆਪਣੇ ਕੋਲੇ 4 ਮਿੰਟ ਹੈਗੇ ਆ ਅਕੋਰਡਿੰਗ ਟੂ ਆਰ ਹੋਸਟ ਸਰ। ਵੀ ਹੈਵ 4 ਮਿੰਟਸ। ਆਪਾਂ ਇੱਕ ਵਾਰੀ ਇਹਦੀ ਡਿਟੇਲ ਲੈ ਲੈਂਦੇ ਆ। ਰਿਵਿਊ ਦੇ ਵਿੱਚ ਆਪਾਂ ਡਿਸਕਸ ਕਰ ਰਹੇ ਹਾਂ। ਸਭ ਤੋਂ ਪਹਿਲਾਂ ਹੁਣ ਜਿਵੇਂ ਆਪਾਂ ਡਿਸਕਸ ਕੀਤਾ ਪ੍ਰੋਸੈਸ, ਇਹਦੇ ਵਿੱਚ ਸਾਡੇ ਕੋਲੇ ਇੱਥੇ ਕੁਐਸਚਨ ਆ ਰਿਹਾ ਹੈ which psychometric process take place if the air is passed through hygroscopic chemicals। ਆਪਾਂ ਹੁਣੇ ਡਿਸਕਸ ਕੀਤਾ ਹੈ ਕਿ ਜਦੋਂ ਕਿਸੇ ਹਵਾ ਨੂੰ ਹਾਈਗਰੋਸਕੋਪਿਕ ਮਟੀਰੀਅਲਸ ਦੇ ਉੱਪਰ ਦੀ ਆਪਾਂ ਲਗਾਉਣੇ ਆ ਹਾਈਗਰੋਸਕੋਪਿਕ ਕੈਮੀਕਲਸ ਤੋਂ, ਤਾਂ ਕਿਹੜਾ ਪ੍ਰੋਸੈਸ ਹੋਏਗਾ ਸਾਡਾ। ਆਪਾਂ ਦੇਖਿਆ ਵੀ ਉਹ ਹਾਈਗਰੋਸਕੋਪਿਕ ਜੋ ਕੈਮੀਕਲਸ ਨੇ ਉਹ ਮੋਇਸਚਰ ਨੂੰ ਅਬਜ਼ੌਰਬ ਕਰਦੇ ਆ, ਤਾਂ ਇਹਦਾ ਮਤਲਬ ਡੀਹਿਊਮਿਡੀਫਿਕੇਸ਼ਨ ਕਰਨਗੇ। ਤਾਂ ਇਹਨਾਂ ਆਪਸ਼ਨ ਦੇ ਵਿੱਚੋਂ ਦੇਖੋ ਡੀਹਿਊਮਿਡੀਫਿਕੇਸ਼ਨ, ਤਾਂ ਡੀ ਆਪਸ਼ਨ ਜੋ ਸਾਡਾ ਇੱਥੇ ਆਨਸਰ ਆਏਗਾ, ਹੀਟਿੰਗ ਐਂਡ dehumidification। ਇਸੇ ਤਰ੍ਹਾਂ we have a second question, which process increase the specific humidity of air at constant dry bulb temperature। dry bulb temperature ਅਸੀਂ ਹਵਾ ਦਾ ਚੇਂਜ ਨਾ ਕਰੀਏ ਬਟ ਹਿਊਮਿਡਿਟੀ ਦੇ ਵਿੱਚ ਚੇਂਜ ਕਰ ਰਹੇ ਆ, ਮਤਲਬ ਕਿ ਹਿਊਮਿਡਿਟੀ ਚੇਂਜ ਹੋ ਰਹੀ ਹੈ, ਇਨਕਰੀਜ਼ ਹੋ ਰਹੀ ਹੈ। ਇਨਕਰੀਜ਼ਸ ਮਤਲਬ ਹਿਊਮਿਡੀਫਿਕੇਸ਼ਨ, ਤਾਂ ਇੱਥੇ ਸਾਡਾ ਬੀ ਆਨਸਰ ਆ ਜਾਏਗਾ ਹਿਊਮਿਡੀਫਿਕੇਸ਼ਨ ਆਫ 에ਅਰ। ਇਸੇ ਤਰ੍ਹਾਂ ਸਾਡੇ ਕੋਲੇ ਥਰਡ ਕੁਐਸਚਨ, ਡਿਊਰਿੰਗ ਹੀਟਿੰਗ ਐਂਡ ਹਿਊਮਿਡੀਫਿਕੇਸ਼ਨ ਆਫ 에ਅਰ। ਜਦੋਂ ਅਸੀਂ ਹਵਾ ਦੀ ਹੀਟਿੰਗ ਕਰਦੇ ਆ ਤੇ ਇਹਦੀ ਹਿਊਮਿਡੀਫਿਕੇਸ਼ਨ ਕਰਦੇ ਆ ਤਾਂ ਸਪੈਸੀਫਿਕ ਹਿਊਮਿਡਿਟੀ ਕੀ ਹੁੰਦੀ ਹੈ। ਹੁਣ ਦੇਖੋ ਪਹਿਲਾਂ ਤਾਂ ਇਹ ਗੱਲ ਹੈ ਵੀ ਜੇ ਹਿਊਮਿਡੀਫਿਕੇਸ਼ਨ ਕਰਾਂਗੇ ਤਾਂ ਉਹਦੇ ਵਿੱਚ ਮੋਇਸਚਰ ਕੰਟੈਂਟ ਐਡ ਹੋਊਗਾ, ਸਾਨੂੰ ਸਿਮਿਲਰਲੀ ਇੱਥੋਂ ਹੀ ਪਤਾ ਲੱਗ ਜਾਂਦਾ ਕਿ ਉਹਦੀ ਜੋ ਸਪੈਸੀਫਿਕ ਹਿਊਮਿਡਿਟੀ ਹੈ ਉਹ ਵਧੇਗੀ, ਉਹ ਇਨਕਰੀਜ਼ ਹੋਏਗੀ। ਇਸੇ ਤਰ੍ਹਾਂ ਸਾਡੇ ਕੋਲੇ ਫੋਰਥ ਕੁਐਸਚਨ ਹੈ, which process decrease the dry bulb temperature of air at constant specific humidity। ਕਿਹੜਾ ਪ੍ਰੋਸੈਸ ਹੈ ਜਿਹੜਾ ਡਰਾਈ ਬਲਬ ਟੈਂਪਰੇਚਰ ਨੂੰ ਡਿਕਰੀਜ਼ ਕਰਦਾ ਹੈ ਪਰ ਸਪੈਸੀਫਿਕ ਹਿਊਮਿਡਿਟੀ ਕਾਂਸਟੈਂਟ ਰਹਿੰਦੀ ਹੈ। ਜੇ ਡਰਾਈ ਬਲਬ ਟੈਂਪਰੇਚਰ ਡਿਕਰੀਜ਼ ਹੋਊਗਾ ਤਾਂ ਕੂਲਿੰਗ ਹੈ, ਤੇ ਸਪੈਸੀਫਿਕ ਹਿਊਮਿਡਿਟੀ ਚੇਂਜ ਨਹੀਂ ਹੋ ਰਹੀ ਤਾਂ ਸੈਂਸੀਬਲ ਹੈ, ਤਾਂ ਇਟ ਮੀਨਸ ਸੈਂਸੀਬਲ ਕੂਲਿੰਗ ਆਫ air। Similarly, we have a fifth question, in heating and humidifications process the wet bulb temperature of the air। wet bulb temperature ਜਿਹੜਾ ਹੈਗਾ ਹੀਟਿੰਗ ਤੇ ਹਿਊਮਿਡੀਫਿਕੇਸ਼ਨ ਦੇ ਵਿੱਚ ਸਾਡਾ ਇਨਕਰੀਜ਼ ਹੁੰਦਾ ਹੈ, ਕਿਉਂਕਿ ਹਿਊਮਿਡੀਫਿਕੇਸ਼ਨ ਜਦੋਂ ਮੋਇਸਚਰ ਕੰਟੈਂਟ ਐਡ ਕਰਾਂਗੇ ਤਾਂ wet bulb temperature ਇਨਕਰੀਜ਼ ਹੋਊਗਾ ਕਿਉਂਕਿ ਇਵੈਪੋਰੇਸ਼ਨ ਘੱਟ ਹੋਏਗੀ ਉਹਦੀ। when relative humidity increase dry bulb temperature ਕੀ ਹੋਏਗਾ, ਜਦੋਂ relative humidity ਇਨਕਰੀਜ਼ ਹੋਏਗੀ ਤਾਂ dry bulb ਜੋ ਟੈਂਪਰੇਚਰ ਹੈ that may increase or decrease, ਦੋਨੇ ਆਪਸ਼ਨਸ ਇਹਦੇ ਚ ਹੋ ਸਕਦੀਆਂ। ਆਈ ਥਿੰਕ ਹਾਂਜੀ ਸਰ ਓਕੇ ਹੈ ਜੀ। ਆਈ ਥਿੰਕ ਨੈਕਸਟ ਲੈਕਚਰ ਸਟਾਰਟ ਹੋਣਾ, ਇਸ ਕਰਕੇ ਆਪਾਂ ਇਹਨੂੰ ਇੱਥੇ ਹੀ ਕਲੋਜ਼ ਕਰਾਂਗੇ ਜੀ। ਹਾਂਜੀ ਸਰ, ਥੈਂਕ ਯੂ ਪਰਮ ਜੀ ਸਰ। ਓਕੇ ਗੁਰਪ੍ਰੀਤ ਸਰ, ਥੈਂਕ ਯੂ, ਸੋ ਨਾਈਸ ਆਫ ਯੂ, ਥੈਂਕ ਯੂ ਵੈਰੀ ਮਚ। ਹਾਂਜੀ ਥੈਂਕ ਯੂ all the participants for joining this lecture।